एक दो दिन गिनती सीखदा मैं, देखियो मेरा सही होऊगा। 1 2 3 4 5 6 7 ठीक है 8 9 10 ठीक है जी, ठीक है तो पास हो गया। बस हो। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਮਹਾਰਾਜ ਨਾਲ ਸੰਬੰਧ ਜਾਣੀ ਮਾਤਾ ਪਿਤਾ ਦਾ ਉਹ ਇਸ ਤਰ੍ਹਾਂ ਸੀਗਾ। ਕਿਉਂ ਸੰਤ ਅਤਰ ਸਿੰਘ ਜੀ ਮਹਾਰਾਜ ਰੇਰੂ ਸਾਹਿਬ ਵਾਲੇ ਉਹ ਰਾਮਪੁਰ ਰਿਹਾ ਕਰਦੇ ਸੀ। ਅੱਛਾ ਪਿੰਡ ਸੀ ਉਹਨਾਂ ਦਾ ਜਦੋਂ ਸੰਤ ਬਾਬਾ ਕਰਮ ਸਿੰਘ ਹੋਤੀ ਮਰਦਾਨ ਵਾਲਿਆਂ ਦੇ ਉਹਨਾਂ ਨੇ ਸੰਗਤ ਕੀਤੀ ਫੌਜ 'ਚ। ਹਾਂਜੀ ਬਾਬਾ ਕਰਮ ਸਿੰਘ ਵੀ ਫੌਜ 'ਚ ਸੀਗੇ, ਸੰਤ ਬਾਬਾ ਅਤਰ ਸਿੰਘ ਤੇ ਪਿੰਡ ਇਹਨਾਂ ਦਾ ਲੋਪੋਂ ਸੀ, ਅੱਛਾ ਦਰਾਹੇ ਤੋਂ ਸਾਡੇ ਰਾਮਪੁਰ ਤੋਂ ਹੀ 4-5 ਮੀਲ ਤੇ ਆ। ਹਾਂਜੀ। ਇਹ ਫਿਰ ਜਦੋਂ ਬਾਬਾ ਕਰਮ ਸਿੰਘ ਦੀ ਸੰਗਤ ਕੀਤੀ ਉਦੋਂ ਫਿਰ ਉਹਨਾਂ ਤੋਂ ਜਾਣੀ ਬਾਬਾ ਅਤਰ ਸਿੰਘ ਨੇ ਨਾਮ ਦੀ ਦਾਤ ਲਈ, ਉਹਨਾਂ ਦੀ ਸੰਗਤ ਕਰਕੇ ਫਿਰ ਉਹਨਾਂ ਨੇ ਆਪਣਾ ਜੀਵਨ ਜਿਹੜਾ ਸਾਰੀ ਕਮਾਈ ਬਹੁਤ ਕਮਾਈ ਕੀਤੀ। ਇੱਕ ਵਾਰ ਸੰਤ ਬਾਬਾ ਅਤਰ ਸਿੰਘ ਨੂੰ ਬਾਬਾ ਅਤਰ ਸਿੰਘ ਨੇ ਪੁੱਛਿਆ ਬਾਬਾ ਕਰਮ ਸਿੰਘ ਜੀ ਮਹਾਰਾਜ ਵੀ ਮੈਨੂੰ ਕਿਰਪਾ ਕਰੋ, ਮੈਂ ਸੰਗਤ ਦੀ ਤੁਹਾਡੇ ਕੋਲ ਰਹਿ ਕੇ ਸੇਵਾ ਕਰਨੀ ਹੈ, ਅੱਗੇ ਆਦੋ ਵੀ ਮੈਂ ਅਸਤੀਫਾ ਦੇ ਦਿਆ। ਤੇ ਛੋਟੇ ਮਹਾਰਾਜ ਜੀ ਬਚਨ ਸੁਣਾਇਆ ਕਰਦੇ। ਤੇ ਬਾਬਾ ਕਰਮ ਸਿੰਘ ਨੇ ਕਿਹਾ ਅਤਰ ਸਿਆ ਪੈਨਸ਼ਨ ਲੈ ਕੇ ਜਾਣਾ, ਇਹ ਜੇ ਪੈਨਸ਼ਨ ਹੋਊਗੀ ਤਾਂ ਕਿਸੇ ਦੇ ਮੂਹਰੇ ਹੱਥ ਨਹੀਂ ਅੱਡੇਗਾ, ਆਪਣੀ ਪੈਨਸ਼ਨ ਨਾਲ ਤੇਰਾ ਜ਼ਿੰਦਗੀ ਬਤੀਤ ਹੋਊਗੀ, ਜਿੰਨੀ ਮਰਜ਼ੀ ਬੰਦਗੀ ਕਰ ਲਈ। ਇਹ ਫਿਰ ਬਾਬਾ ਅਤਰ ਸਿੰਘ ਨੇ ਵੀ ਕਿਹਾ ਸੱਤ ਵਚਨ ਵਾਲਾ। ਸਾਡੇ ਰਾਮਪੁਰ ਪਿੰਡ ਦੇ ਜਾਣੇ ਉਹ ਬਹੁਤ ਫੌਜ ਦੇ ਵਿੱਚ ਉਹਨਾਂ ਦੇ ਨਾਲ ਰਿਹਾ ਕਰਦੇ। ਚਲੋ ਇਹਨਾਂ ਦੀ ਪੈਨਸ਼ਨ ਹੋਈ ਸੰਤ ਬਾਬਾ ਅਤਰ ਸਿੰਘ ਦੀ, ਕਿਉਂ ਸੰਸਾਰ ਦਾ ਖਾਤਮ ਸੀ, ਮੋਹ ਮਮਤਾ ਖਾਤਮ ਸੀ। ਤੇ ਸਾਡੇ ਪਿੰਡ ਵਾਲਿਆਂ ਨੇ ਨਾ ਇਹਨਾਂ ਨੂੰ ਫਿਰ ਉੱਥੇ ਰਾਮਪੁਰ ਪ੍ਰੇਮ ਦੇ ਕਰਕੇ ਫਿਰ ਉੱਥੇ ਲਿਆਂਦੇ। ਉਹ ਤਾਂ ਇਹਨਾਂ ਔਲਾਦ ਸੀ, ਬੱਚੇ ਸੀਗੇ ਇਹਨਾਂ ਦੇ ਜੀ, ਪਰਿਵਾਰ ਸੀਗਾ ਪਿੰਡ ਦੇ ਵਿੱਚ, ਜੈਲਦਾਰ ਸੀਗੇ ਪਿੰਡ ਦੇ ਵਿੱਚ। ਉਹ ਫਿਰ ਸੰਤ ਬਾਬਾ ਅਤਰ ਸਿੰਘ ਸਾਡੇ ਪਿੰਡ ਜਦੋਂ ਰਹੇ, ਸੰਤ ਬਾਬਾ ਅਤਰ ਸਿੰਘ ਦੀ ਜਿਹੜੀ ਸੇਵਾ ਸੀਗੀ, ਮੇਰਾ ਬਾਬਾ ਜੀ ਅੱਛਾ ਮੰਗਲ ਸਿੰਘ ਉਹ ਬਾਬਾ ਅਤਰ ਸਿੰਘ ਦੇ ਸੇਵਕ ਸੀਗੇ। ਅੱਛਾ ਉੱਥੇ ਸੇਵਾ ਕਰਦੇ ਆ ਕੇ ਉਹਨਾਂ ਨਾਲ ਵੀ ਬਹੁਤ ਪ੍ਰੇਮ ਸੀਗਾ ਪਿੰਡ ਦਾ। ਜਾਣੀ ਜਿੰਨੇ ਵੀ ਪਿੰਡ ਦੇ ਸੀਗੇ ਸਾਰੇ, ਜਿੰਨੇ ਪਿੰਡ ਦੇ ਲੋਕ ਜੋ ਸੰਤ ਬਾਬਾ ਅਤਰ ਸਿੰਘ ਜੀ ਕਹਿੰਦੇ ਕੋਈ ਜਵਾਬ ਨਹੀਂ ਸੀ ਦਿੰਦਾ, ਮੋੜਦਾ ਨਹੀਂ। ਜਦੋਂ ਬਾਬਾ ਅਤਰ ਸਿੰਘ ਨੇ ਸਰੀਰ ਛੱਡਿਆ, ਉਹਨਾਂ ਨੇ ਇੱਕ ਰਸਤਾ ਬਣਾਇਆ ਸੀ, ਉਦੋਂ ਵੀ ਸਾਡੇ ਕਾਰਖਾਨੇ 'ਚ ਨਾ, ਸਾਡੇ ਕਾਰਖਾਨੇ 'ਚ ਪਲੰਘ ਲਾਏ ਢਾਹ ਕੇ ਉਹਨਾਂ ਨੇ ਫਿਰ ਸਾਰਾ ਰਸਤਾ ਤਿਆਰ ਕਰਾਇਆ ਸੀ। ਅੱਛਾ ਇਸ ਕਰਕੇ ਸਾਡਾ ਬਾਬਾ ਜੀ ਵੀ ਸੰਤ ਬਾਬਾ ਅਤਰ ਸਿੰਘ ਦੀ ਸੰਗਤ ਕਰਦੇ ਸੀ ਤੇ ਹੁਣ ਸਾਰਾ ਪਤਾ ਸੀ। ਤੇ ਬਾਪੂ ਜੀ ਦਾ ਹੁਣ ਪਤਾ ਨਹੀਂ ਮੈਨੂੰ ਉਹਨਾਂ ਦੀ ਉਮਰ ਦਾ ਕਿੰਨਾ ਕੁ ਫਰਕ ਸੀਗਾ, ਜਾਣੀ ਹੁਣ ਉਹਨਾਂ ਨੂੰ ਸਾਰਾ ਪਤਾ ਸੀਗਾ। ਬਾਬਾ ਜੀ ਵੀ ਸਾਡੇ ਬਾਪੂ ਜੀ ਉਹਨਾਂ ਕੋਲ ਗੱਲ ਕਰਦੇ ਰਹਿੰਦੇ ਸੀ। ਤੇ ਸੰਤ ਭਗਵਾਨ ਸਿੰਘ ਸੀ ਜਿਹੜੇ ਇਹਨਾਂ ਦੇ ਸੰਤ ਬਾਬਾ ਅਤਰ ਸਿੰਘ ਉਹਨੂੰ ਪਹਿਲੇ ਵਿਸਤਾਰ ਦੇ ਦਿੱਤੇ ਸੀ ਉੱਥੇ, ਉਹਨਾਂ ਨੂੰ ਪਤਾ ਸੀ ਕਿ ਅਭੀ ਇਹਨਾਂ ਨੇ ਆਇਆ ਕੰਮ ਕਰਨੇ ਆ ਨਾ। ਜੀ ਇਸ ਕਰਕੇ ਜਦੋਂ ਫਿਰ ਸਾਡੇ ਮੇਰੇ ਤੋਂ 4 ਪਹਿਲਾਂ ਬੱਚੇ ਮਰ ਗਏ ਸੀਗੇ। ਅੱਛਾ ਜਨਮ ਲੈਂਦੇ ਸੀ, ਮਹੀਨੇ 2 ਮਹੀਨੇ 'ਚ ਮਰ ਜਾਂਦੇ ਸੀ, ਜਨਮ ਲੈਂਦੇ 'ਚ ਮਰ ਜਾਂਦੇ। 4 ਪਹਿਲਾਂ ਮਰੇ। ਜਦੋਂ ਮੇਰਾ 5ਵੇਂ ਦਾ ਜਨਮ ਹੋਇਆ ਤਾਂ ਫਿਰ ਉਹ ਦੇਖਿਆ ਵੀ ਹੁਣ ਇਹ ਵੀ ਮਰ ਲੱਗਿਆ, ਕਿ ਉੱਥੇ ਰਾਣਾ ਸਾਹਿਬ ਨਾਲ ਫਿਰ ਸੰਬੰਧ ਸੀਗਾ। ਇੱਧਰ ਵੀ ਭਗਵਾਨ ਸੁਣਾ ਉਹ ਜਾਂਦੇ, ਪਰ ਉੱਧਰ ਜ਼ਿਆਦਾ ਪਿਆਰ ਸੀ। ਚੱਲਣ ਦੇ ਰਾਮਪੁਰੇ ਸੀ ਉਹਦਾ ਪਿਤਾ ਜੀ ਨੇ। ਹਾਂ ਰਾਮਪੁਰ ਹੀ, ਅੱਛਾ ਰਾਮਪੁਰ ਹੀ ਰਹਿੰਦੇ ਸੀ ਸਾਰੇ। ਫਿਰ ਉੱਥੇ ਫਿਰ ਰਾਣਾ ਸਾਹਿਬ ਜਦੋਂ ਲੈ ਕੇ ਗਏ, ਬਾਪੂ ਜੀ ਫਿਰ ਬਚਨ ਦੱਸੇ ਸੁਣਾਉਂਦੇ ਹੁੰਦੇ ਸੀਗਾ, ਕਿ ਮੈਨੂੰ ਥੋੜਾ ਪਤਾ ਸੀਗਾ, ਮੈਂ ਤਾਂ ਛੋਟਾ ਸੀਗਾ। ਜਦੋਂ ਉੱਥੇ ਗਏ ਉੱਥੇ ਸੰਤ ਮਹਾਰਾਜ ਦੀ ਸੰਤ ਮਹਾਰਾਜ ਈਸ਼ਰ ਸਿੰਘ ਮਹਾਰਾਜ ਦੀ ਕੁਰਸੀ ਲੱਗੀ ਸੀ, ਤੇ ਬੇਅੰਤ ਸੰਗਤ ਸੀਗੀ, ਤੁਹਾਨੂੰ ਵੀ ਪਤਾ ਹੀ ਹੈ ਵੈਸੇ ਹੈਗਾ। ਤਾਂ ਫਿਰ ਜਦੋਂ ਕੁਰਸੀ ਲੱਗੀ ਸੀ, ਬਾਪੂ ਜੀ ਹੋਣੀ ਤੇ ਮਾਤਾ ਉਹਨਾਂ ਨੇ ਮੈਨੂੰ ਲਿਜਾ ਕੇ ਸੰਤ ਮਹਾਰਾਜ ਦੇ ਚਰਨਾਂ 'ਚ ਪਾਤਾ। ਉਹ ਪਾ ਕੇ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ 4 ਪਹਿਲਾਂ ਮਰ ਗਏ, ਇਹ ਵੀ ਮਰ ਲੱਗਿਆ, ਇਹ ਤੁਹਾਨੂੰ ਚੜਾਤਾ, ਤੁਹਾਨੂੰ ਦੇਤਾ, ਇਹ ਤੁਹਾਡਾ ਹੀ, ਕਿਰਪਾ ਕਰੋ ਇਹ ਬਚ ਜੇ। ਬਸ ਬਾਪੂ ਜੀ ਦੱਸਦੇ ਕਹਿੰਦੇ ਮਹਾਰਾਜ ਨੇ ਨੇਤਰ ਜੇ ਬੰਦ ਕੀਤੇ। ਅੱਛਾ ਭਾਈ ਚੰਗਾ, ਵੀ ਜੇ ਸਾਡਾ ਫਿਰ ਸਾਡਾ ਹੀ ਆ, ਇਹ ਹੁਣ ਤੁਹਾਡਾ ਨਹੀਂ, ਇਹ ਸਾਡੇ ਕੋਲ ਹੀ ਰਹੂ, ਸਾਰੀ ਜ਼ਿੰਦਗੀ ਸੰਗਤ ਦੀ ਸੇਵਾ ਕਰੋ। ਉਹ ਵੀ ਮਹੀਨੇ 2 ਮਹੀਨੇ ਦਾ ਹੋਊ, ਮੈਨੂੰ ਇੰਨਾ ਨਹੀਂ ਪਤਾ, ਬਸ ਬੜਾ ਹੁਣ ਉਦੋਂ ਜਿਹੜੀ ਸੰਤ ਮਾਰ ਬੜਿਆ ਇਹ ਬਚਨ ਕੀਤੇ। ਅੱਛਾ ਕਹਿੰਦੇ ਭਾਈ ਹੁਣ ਸਾਰੀ ਜ਼ਿੰਦਗੀ ਸੰਗਤ ਦੀ ਸੇਵਾ ਕਰੂ, ਇਹ ਤੁਹਾਡਾ ਨਹੀਂ, ਇਹ ਸਾਡਾ, ਤਾਂ ਫਿਰ ਸਾਡਾ ਹੀ ਆ। ਕਿਹੜੇ ਸਾਲ ਦਾ ਜਨਮ? ਮੇਰਾ 51 ਦਾ।
1951 ਮਾਰਚ ਦਾ। ਮਹਾਰਾਜ ਜੀ ਮੈਨੂੰ ਲੱਗਦਾ 50 ਚ ਅਫਰੀਕਾ ਗਏ ਸੀ, ਹਾਂਜੀ। ਉਦੋਂ ਵਿੱਚ ਆਏ ਨੇ ਨਾ, ਹਾਂਜੀ ਵਿੱਚ। ਉਦੋਂ ਦੀ ਗੱਲ ਹੈ। ਅੱਛਾ ਕਿ ਉਹ ਆਏ ਸੀਗੇ ਉਦੋਂ ਸੰਤ ਬਾਬਾ ਅਤਰ ਸਿੰਘ ਦੀ ਬਰਸੀ ਤੇ। ਅੱਛਾ ਉਸ ਤੋਂ ਬਾਅਦ ਫਿਰ ਮਾਰਚ ਦਾ ਮੇਰਾ ਜਨਮ ਹੈ, ਠੀਕ। ਠੀਕ ਹੈ ਨਾ। ਤੇ ਫਿਰ ਉਸ ਤੋਂ ਬਾਅਦ ਮਾਰ ਗਏ ਹੋਣਗੇ ਅਫਰੀਕਾ। ਹਾਂਜੀ ਯਾਨੀ ਬਾਪੂ ਜੀ ਵਚਨ ਦੱਸਿਆ ਕਰਦੇ। ਫਿਰ ਜਦੋਂ ਮਹਾਰਾਜ ਨੇ ਵਚਨ ਕੀਤੇ ਭਾਈ ਹੁਣ ਇਹ ਮਰਦਾ ਨਹੀਂ, ਠੀਕ ਨਾ, ਪਰ ਇਹ ਸਾਡੇ ਕੋਲ ਰਹੂ, ਸਾਰੀ ਜ਼ਿੰਦਗੀ ਸੰਗਤ ਦੀ ਸੇਵਾ ਕਰਿਆ। ਹੁਣ ਮੈਨੂੰ ਤਾਂ ਵਚਨ ਮਹਾਰਾਜ ਬਾਪੂ ਜੀ ਦੱਸਦੇ ਸੀ, ਬਾਪੂ ਜੀ ਦੀ ਮੈਮਰੀ ਬੜੀ ਸੀਗੀ। ਹਾਂਜੀ ਫਿਰ ਬਾਪੂ ਜੀ ਨੇ ਮਹਾਰਾਜ ਨੂੰ ਬੇਨਤੀ ਕੀਤੀ, ਮਹਾਰਾਜ ਇਹਦਾ ਨਾਮ ਰੱਖ ਦਿਓ। ਨਾਮ ਮੇਰਾ ਜੇ ਰੱਖਿਆ ਨਹੀਂ ਸੀ, ਤਾਂ ਫਿਰ ਮਹਾਰਾਜ ਜੀ ਨੇ ਮੇਰਾ ਨਾਮ ਪਹਿਲਾਂ ਤੋਂ ਹੀ ਸੰਤ ਪ੍ਰਤਾਪ ਸਿੰਘ ਨਾਮ ਰੱਖਿਆ। ਕਹਿੰਦੇ ਭਾਈ ਇਹਦਾ ਨਾਮ ਹੈ ਸੰਤ ਪ੍ਰਤਾਪ ਸਿੰਘ। ਬਾਪੂ ਜੀ ਮੈਨੂੰ ਦੱਸਦੇ ਸੀ, ਕਹਿੰਦੇ ਸੰਤ ਮਹਾਰਾਜ ਨੇ ਵਚਨ ਕੀਤੇ ਸੀ, ਕਹਿੰਦੇ ਭਾਈ ਅੱਜ ਤੱਕ ਅਸੀਂ ਕਿਸੇ ਦਾ ਨਾਮ ਸੰਤ ਪ੍ਰਤਾਪ ਨਹੀਂ ਰੱਖਿਆ, ਨਾ ਰੱਖਣਾ। ਮਹਾਰਾਜ ਨੇ ਵਚਨ ਵੀ ਕਰੇ, ਉਹ ਰੱਖਿਆ ਵੀ ਨਹੀਂ। ਮੈਂ ਵੀ ਕਿੰਨੀ ਦੇਰ ਨਾਲ ਰਿਹਾ, ਤੁਸੀਂ ਵੀ ਦੇਖ ਲਓ। ਹਾਂਜੀ ਕਿਸੇ ਦਾ ਸੰਤ ਪ੍ਰਤਾਪ ਇਹ ਨਹੀਂ ਵੀ ਕਿਉਂ ਰੱਖਿਆ, ਹਾਂਜੀ ਉਹ ਜਾਣਦੇ ਆ। ਸੰਗਤ ਦੀ ਸੇਵਾ ਕਰਨ ਵਾਸਤੇ ਕਿਉਂ ਰੱਖਿਆ, ਵੀ ਸੰਤਾਂ ਦਾ ਪ੍ਰਤਾਪ ਹੈ, ਤੇ ਜਾਂ ਸੰਤਾਂ ਦੇ ਪ੍ਰਤਾਪ ਨਾਲ ਇਹ ਬਚਿਆ। ਹੁੰਦਾ ਹੀ ਸਾਰੇ ਸੰਤਾਂ ਦੇ ਨਾਲ, ਮਹਿਮਾ ਹੀ ਸੰਤਾਂ ਦੀ। ਸੰਤ ਜੇ ਕਰ ਸਕਦੇ ਆ, ਦੇ ਸਕਦੇ, ਸੰਤ ਹੀ ਦੇ ਸਕਦੇ। ਖੈਰ ਚਲੋ, ਇਹ ਜਦੋਂ ਬਚਨ ਹੋਏ ਫਿਰ ਮਹਾਰਾਜ ਬਾਪੂ ਜੀ ਕਹਿੰਦੇ ਮਹਾਰਾਜ ਇਹਦਾ ਤੁਹਾਡੇ ਕੋਲ ਰਹੂਗਾ, ਤਾਂ ਫਿਰ ਸਾਡੇ ਕੋਲ ਕੌਣ ਰਹੂ, ਸਾਡੀ ਸੇਵਾ ਕੌਣ ਕਰੂ। ਫਿਰ ਮਹਾਰਾਜ ਜੀ ਨੇ ਬਸ ਇਹਨੇ ਤਾਂ ਮੈਂ ਕਹਿੰਦੇ ਚੰਗਾ ਭਾਈ, ਜਿਹੜੇ 4 ਮਰ ਗਏ ਉਹ ਆ ਜਾਣਗੇ, ਉਹ ਤੁਹਾਡੇ ਕੋਲ ਨੇ, ਉਹ ਤੁਹਾਡੇ ਸੇਵਾ ਕਰਨਗੇ। ਗੱਲਾਂ ਤਾਂ ਕਰਨੀਆਂ ਸੌਖਾ, ਸੰਤਾਂ ਦੀ ਨਿੰਦਿਆ ਕਰਨੀ ਤਾਂ ਸੌਖੀ ਹੈ, ਪਰ ਇਹੋ ਜਿਹੇ ਬਚਨ ਐਵੇਂ ਉਹ ਕੀਤੇ ਐਵੇਂ ਦਾ ਨਹੀਂ। ਅੱਜ ਕੱਲ੍ਹ ਜਿਹੜੀ ਮੀਡੀਆ ਤਾਂ ਉਹ ਕਿਵੇਂ ਸੰਤਾਂ ਦੀ ਨਿੰਦਿਆ ਕਰ, ਇਹੋ ਜਿਹੇ ਮਹਾਂਪੁਰਸ਼ਾਂ ਦੀ ਜਿਨ੍ਹਾਂ 'ਚ ਆਪਣੇ ਜਿਵੇਂ ਮਹਾਰਾਜ ਦੀ ਬਾਣੀ ਕਹਿੰਦੀ ਆ, ਜੋ ਕੁਛ ਕਰੇ ਸੋਈ ਪ੍ਰਭ ਮਾਨੈ, ਉਹ ਰਾਮ ਨਾਮ ਰੰਗ ਰਾਤੇ, ਤਿਨ ਕੀ ਸ਼ੋਭਾ ਸਾਵਨੀ ਥਾਈ, ਜਿਨ ਪ੍ਰਭ ਕੇ ਚਰਨ ਪਰਾਤੇ। ਇਹ ਐਸੇ ਮਹਾਂਪੁਰਸ਼ਾਂ ਵਾਸਤੇ ਮਹਾਰਾਜ ਨੇ ਬਾਣੀ ਲਿਖੀ ਹੈ, ਜੋ ਕਰਦੇ ਆ ਦੀ ਤਾਂ ਪਰਮੇਸ਼ਰ ਵੀ ਨਹੀਂ ਮੋੜਦਾ। ਤਾਂ ਗੱਲਾਂ ਕਰਨ ਨੂੰ ਬਥੇਰੇ ਸ਼ੇਰ ਨੇ ਪਰਮੇਸ਼ਰ। ਹਾਂ ਚਲੋ, ਉਹਨਾਂ ਦਾ ਵੀ ਭਲਾ ਕਰੇ ਵਾਹਿਗੁਰੂ, ਉਹ ਵੀ ਚਲੇ ਆਉਣੇ ਆ, ਨਹੀਂ ਕਿ ਨਹੀਂ। ਪਰ ਉਹਨਾਂ ਦਾ ਆਪ ਦਾ ਹਾਲ ਪਤਾ ਨਹੀਂ ਕੀ ਹੋਣਾ ਨਿੰਦਿਆ ਕਰਨ ਵਾਲਿਆਂ ਦਾ। ਮਹਾਰਾਜ ਕਹਿੰਦੇ ਸੰਤ ਸ਼ਰਨ ਜੋ ਜਨ ਪਰ, ਸੋ ਜਨ ਉਦਰ ਨਹਾਰ, ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਬਤਾ। ਕਿਹਦੇ ਵਾਸਤੇ ਲਿਖਿਆ, ਮਹਾਰਾਜ ਦੀ ਬਾਣੀ ਹੈ। ਖੈਰ ਚਲੋ, ਇਸ ਤਰ੍ਹਾਂ ਫਿਰ ਮਹਾਰਾਜ ਜੀ ਕਹਿੰਦੇ, ਜਦੋਂ ਕਹਿੰਦੇ ਭਾਈ 4 ਆ ਜਾਣਗੇ ਤੇ ਉਹ ਤੁਹਾਡੇ ਕੋਲ ਰਹਿਣਗੇ। ਇਹ ਬਚਨ ਜਾਣੀ ਮਹਾਰਾਜ ਨੇ ਕੀਤੇ, ਹੈਗੇ ਨਾ। ਫਿਰ ਮਹਾਰਾਜ ਕਹਿਣ ਲੱਗੇ ਮੈਂ ਕਰੋ, ਇਹ ਹੁਣ ਛੋਟਾ, ਇਹਨੂੰ ਤੁਸੀਂ ਲੈ ਜਾਓ, ਨਾਲੇ ਹੌਲੀ ਹੌਲੀ ਤੁਹਾਡਾ ਜੀ ਲੱਗਿਆ ਇਹ ਪੜ ਜੂਗਾ, ਨਾਲੇ 4 ਫਿਰ ਆ ਜਾਣਗੇ ਹੌਲੀ। ਇਹ ਜੇ ਪੜ ਜੂ, ਥੋੜਾ ਬੜਾ ਹੋਇਆ ਤੇ ਫਿਰ ਸਾਡੇ ਕੋਲ ਆਓ। ਇਸ ਤਰ੍ਹਾਂ ਫਿਰ ਜਦੋਂ ਮਹਾਰਾਜ ਥੋੜਾ ਬਹੁਤਾ ਬੜਾ ਹੋਇਆ, ਮੈਨੂੰ ਵੀ ਪਤਾ ਨਾ 7-8 ਸਾਲ ਦਾ ਸੀਗਾ ਜਦੋਂ ਮੈਂ ਮਹਾਰਾਜ ਨੂੰ ਆਪ ਖੁਦ ਬੇਨਤੀ ਕੀਤੀ ਟਾਈਮ ਲੈ ਕੇ, ਮਹਾਰਾਜ ਜੀ ਮੈਨੂੰ ਆਗਿਆ ਦਿਓ, ਮੈਂ ਹੁਣ ਇੱਥੇ ਜਾਣਾ, ਜਾ ਜਾਵਾਂ ਸੇਵਾ ਕਰਨ। ਮਹਾਰਾਜ ਕਹਿੰਦੇ ਭਾਈ ਅਜੇ ਤੂੰ ਛੋਟਾ, ਅਜੇ ਜਦੋਂ ਆਪਣੀ ਕਿਰਿਆ ਤੂੰ ਆਪਣੀ ਸੰਭਾਲਣ ਲੱਗ ਜਾਏਗਾ, ਆਉਣਾ ਤਾਂ ਸਾਡੇ ਕੋਲ ਹੀ ਆ। ਕਹਿੰਦੇ ਥੋੜ੍ਹਾ ਜਿਹਾ ਪੜ੍ਹ ਲਾ, ਜਿਹਦੇ ਕਰਕੇ ਆਪਣਾ ਵੀ ਪਾਠ ਵੀ ਸਿੱਖਣਾ ਸਾਰਾ ਉਹਦੇ ਤੂੰ ਲਾਇਕ ਹੋ ਜਾਵੇਂ। ਮਹਾਰਾਜ ਨੂੰ ਮੈਂ ਕਈ ਵਾਰ ਬੇਨਤੀ ਕੀਤੀ, ਮਹਾਰਾਜ ਕਹਿੰਦੇ ਆਉਣਾ ਸਾਡੇ ਕੋਲ ਹੀ ਆ, ਪਰ ਜੇ ਤੂੰ ਛੋਟਾ, ਜਿੰਨੀ ਦੇਰ ਤੂੰ ਆਪਣੀ ਕਿਰਿਆ ਆਪਣੀ ਸੰਭਾਲ ਨਹੀਂ ਸਕਦਾ, ਉਨੀ ਦੇਰ ਉੱਥੇ ਦਾ ਪੜ੍ਹ ਲਾ ਥੋੜ੍ਹਾ ਜਿਹਾ। ਠੀਕ ਹੈ, ਪੂਰਮਾਸ਼ੀ ਸਿੰਘਾਂ ਨੂੰ ਜਾਇਆ ਕਰਨਾ, ਹੋਰ ਵੱਡਾ ਹੋਣਾ, ਫਿਰ ਕਈ ਵਾਰ ਕਰਨੀ, ਫਿਰ ਵੀ ਮਹਾਰਾਜ ਨੇ ਇਹ ਵਚਨ ਕਰਨੇ ਹਨ। ਕੁਦਰਤੀ ਫਿਰ ਜਾਣੀ ਮੈਂ ਜਦੋਂ ਬਾਪੂ ਜੀ ਫਿਰ ਮਹਾਰਾਜ ਦੀ ਆਗਿਆ ਲੈ ਕੇ 56 ਵਿੱਚ ਅਫਰੀਕਾ ਗਏ ਸੀ, ਤੇ ਫਿਰ 64 ਚ ਫਿਰ ਇੰਗਲੈਂਡ ਆ ਗਏ। ਇਹ ਫਿਰ ਇੰਗਲੈਂਡ ਆ ਕੇ ਫਿਰ ਸਾਰੀਆਂ ਫੈਮਲੀਆਂ ਮੰਗਾਈਆਂ, ਤੇ ਮੇਰੇ ਤੋਂ ਬਾਅਦ ਫਿਰ ਉਦੋਂ 3 ਹੋਰ ਹੋ ਗਏ ਸੀਗੇ। ਤੇ ਫਿਰ ਬਾਪੂ ਜੀ ਨੇ ਫਿਰ ਫੈਮਲੀ ਮੰਗਾਈ। ਜਦੋਂ ਫੈਮਲੀ ਦੇ ਵਿੱਚ ਮੇਰਾ ਵੀ ਨਾਂ ਸੀ, ਵੀ ਮੇਰਾ ਪੁੱਤਰ ਹੈ ਨਾ, ਸੰਸਾਰੀ ਆ। ਤਾਂ ਫਿਰ ਜਦੋਂ ਸਾਰਾ ਕੁਝ ਹੋਇਆ, ਮਦਰ ਦੇ ਪਾਸਪੋਰਟ ਦੇ ਸਾਰੇ ਬੱਚਿਆਂ ਦੇ ਸਿਰਫ ਨਾਂ ਹੀ ਲਿਖੇ ਹੁੰਦੇ ਸੀ, ਹੋਰ ਕੁਝ ਨਹੀਂ ਹੁੰਦਾ। ਤੇ ਮੈਂ ਮਹਾਰਾਜ ਨੂੰ ਬੇਨਤੀ ਕੀਤੀ, ਮੈਂ ਪੁੱਛਦਾ ਸੀਗਾ, ਮੈਂ ਮਹਾਰਾਜ ਜੀ ਵੀ ਇਸ ਤਰ੍ਹਾਂ ਹੈਗਾ। ਮਹਾਰਾਜ ਨੇ ਫਿਰ ਮੈਨੂੰ ਕਿਹਾ, ਕਹਿੰਦੇ ਤੈਂ ਨਹੀਂ ਜਾਣਾ, ਇਹ ਜਾਣਾ, ਤੂੰ ਸਾਡੇ ਕੋਲ ਰਹਿਣਾ, ਇਹ ਇੰਗਲੈਂਡ ਚਲੇ ਜਾ। ਇਹ ਵਚਨ ਸੁਣ ਕੇ ਜਦੋਂ ਪਿਤਾ ਜੀ ਨੂੰ ਪਤਾ ਲੱਗਿਆ, ਫਿਰ ਉਹਨਾਂ ਨੇ ਇੱਕ ਚਿੱਠੀ ਪਾਈ। ਇਹ 65 ਦੀ ਗੱਲ ਹੈ। ਤੇ ਮਹਾਰਾਜ ਨੂੰ ਚਿੱਠੀ ਪਾਈ, ਇੱਕ ਮੇਰੇ ਚਾਚੇ ਨੂੰ ਚਿੱਠੀ ਪਾਈ। ਚਾਚੇ ਨੂੰ ਕਿਹਾ ਕਿ ਤੂੰ ਜਾ ਕੇ ਮਹਾਰਾਜ ਕੋਲ ਜਾ, ਵੀ ਤੂੰ ਬੇਨਤੀ ਕਰ, ਮਹਾਰਾਜ ਸਾਰਾ ਕੁਝ ਤਿਆਰ ਹੋਇਆ, ਵੀ ਇੱਕ ਵਾਰ ਇਹਨੂੰ ਆਗਿਆ ਦੇ ਦਿਓ, ਵੀ ਆ ਇੱਕ ਵਾਰ ਆਗਿਆ ਦੇ ਦਿਓ, ਫਿਰ ਚਾਹੇ ਮੁੜ ਜਾਵੇ। ਤਾਂ ਫਿਰ ਮੈਨੂੰ ਉਹ ਵਚਨ ਯਾਦ ਨੇ, ਮੇਰਾ ਸੀਨ ਸਾਰਾ ਮੂਹਰੇ ਅੱਖਾਂ ਦੇ। ਤੇ ਉਹ ਮਹਾਰਾਜ ਦਿਨੇ ਦੀਵਾਨ ਸੀਗੇ, ਪਿੰਡਾਂ ਚ ਲਾਉਂਦੇ,
ਤੇ ਮਹਾਰਾਜ ਜੀ ਭੋਰੇ ਚੋਂ ਨਿਕਲੇ, ਚਾਚਾ ਜੀ ਮੈਂ ਸੀ ਖੜੇ ਸੀ ਤੇ ਗੱਡੀ ਹਜੂਰਾ ਸਿੰਘ ਉਹ ਚਲਾਉਂਦਾ ਹੁੰਦਾ ਸੀ ਤੇ ਉਹ ਗੱਡੀ ਪਤਾ ਨਹੀਂ ਬਿਊਕ ਸੀ ਮੇਰੇ ਯਾਦ ਨਹੀਂ ਹੈ ਨਾ। ਮਹਾਰਾਜ ਭੋਰੇ ਚੋਂ ਨਿਕਲੇ, ਗੱਡੀ 'ਚ ਬੈਠਣ ਲੱਗੇ ਸੀ ਕਾਰ 'ਚ। ਮੇਰੇ ਚਾਚਾ ਜੀ ਨੇ ਸਾਡੇ ਮਲ ਸਿੰਘ ਨੇ ਇਹ ਗੱਲ ਕੀਤੀ, ਮਹਾਰਾਜ ਜੀ ਇਹ ਵੀ ਇਹਦੇ ਪਿਤਾ ਨੇ ਚਿੱਠੀ ਪਾਈ ਆ ਵੀ ਜਾਣਾ, ਇੱਕ ਵਾਰ ਆਗਿਆ ਦੇ ਦਿਓ। ਮੈਂ ਕਹਿੰਦਾ ਵੀ ਉਹਦੇ ਪਿਤਾ ਨੂੰ ਬੇਨਤੀ ਕੀਤੀ ਆ। ਮਹਾਰਾਜ ਨੇ ਬਚਨ ਕੀਤੇ, ਕਹਿੰਦੇ ਭਾਈ ਚਿੱਠੀ ਸਾਡੇ ਕੋਲ ਵੀ ਆਈ ਆ, ਸਾਨੂੰ ਵੀ ਪਾਈ ਆ। ਮੈਨੂੰ ਕਹਿੰਦੇ ਕਾਕਾ ਗੱਲ ਸੁਣ, ਮਹਾਰਾਜ ਜੀ ਵੀ ਮੇਰਾ ਨਾਂ ਲੈ ਕੇ ਪਾਉਂਦੇ ਕਿ ਉਹਨਾਂ ਨੇ ਨਾਂ ਰੱਖਿਆ, ਅੱਧਾ ਨਾਂ ਮਹਾਰਾਜ ਕਿਸੇ ਦਾ ਨਹੀਂ ਸੀ ਲੈਂਦੇ। ਕਹਿੰਦੇ ਸੰਤ ਪ੍ਰਤਾਪ, ਕਾਕਾ ਸੰਤ ਪ੍ਰਤਾਪ ਚੰਗਾ ਤੂੰ ਆ ਕੇ ਤੂੰ ਜਾਇਆ ਹੁਣ, ਪਰ ਰਹਿਣਾ ਨਹੀਂ। ਆਈ ਮਹਾਰਾਜ ਨੇ ਬਚਨ ਕੀਤੇ, ਜਾਇਆ ਹੁਣ ਰਹਿਣਾ ਨਹੀਂ, ਚਿੱਠੀ ਸਾਨੂੰ ਵੀ ਆਈ ਆ। ਜੇ ਜੀ ਲੱਗਿਆ ਤਾਂ 2-2.5 ਸਾਲ ਰਹਿਣਾ, ਜੇ ਨਾ ਲੱਗਿਆ ਜਦੋਂ ਮੁੜੇ ਤਾਂ ਉੱਥੇ ਨਹੀਂ ਰਹਿਣਾ ਸਕਦਾ। ਇਹ ਵਚਨ ਕਹਿ ਕੇ ਤੇ ਮਹਾਰਾਜ ਦਾ ਇੱਕ ਚਰਨ ਅੰਦਰ ਸੀ, ਇੱਕ ਬਾਹਰ ਸੀਗਾ, ਡੋਰ ਫੜੀ ਹੋਈ ਸੀ। ਮੇਰੇ ਉਹ ਸਾਰਾ ਸੀਨ ਯਾਦ ਆ। ਇੰਨੀ ਗੱਲ ਕਹਿ ਕੇ ਹਮਾਰਾ ਤੁਰ ਗਏ। ਫਿਰ ਮੈਂ ਆਇਆ 65 'ਚ, ਮੈਂ ਨਾਲ ਆ ਗਿਆ ਤੇ ਆ ਕੇ ਫਿਰ ਮੈਂ ਸਾਲ ਕੁ ਪੜ੍ਹਿਆ ਸੀ। ਦਿਮਾਗ ਨੂੰ ਮੇਰੀ ਮੈਮਰੀ ਪੜ੍ਹਨ ਨੂੰ ਪਹਿਲਾਂ ਚੈਨ ਨਹੀਂ ਸੀ ਤਾਂ ਸੇਵਾ ਕਰਨ ਨੂੰ ਮੇਰਾ ਹਰ ਵਕਤ ਖਿਆਲ ਰਹਿੰਦਾ ਸੀ। ਫਿਰ ਮੈਂ ਬਾਪੂ ਜੀ ਨੂੰ ਕਿਹਾ ਮੇਰਾ ਪਾਸਪੋਰਟ ਬਣਾ ਦਿਓ ਵੀ ਮੈਂ 2.5 ਸਾਲ ਪੂਰੇ ਕਰਨੇ ਨੇ, ਮੈਂ ਰਹਿਣਾ ਨਹੀਂ, ਮੈਂ ਉਹਨਾਂ ਦਾ ਬਚਨ ਕਮਾਉਣਾ। ਮੈਨੂੰ ਤਾਂ ਉਹਨਾਂ ਦੇ ਬਚਨ ਦੇ ਵਿੱਚ ਸੁੱਖ ਆ, ਮੈਂ ਇੱਥੇ ਕੀ ਕਰਨਾ ਹੈ ਨਾ। ਜਦੋਂ ਉਹਨਾਂ ਨੇ ਕਿਹਾ ਵੀ 2-2.5 ਸਾਲ ਰਹਿਣਾ, ਉਸ ਤੋਂ ਵੱਧ ਰਹਿਣਾ ਨਹੀਂ, ਬਾਪੂ ਜੀ ਮੰਨਣ ਨਾ, ਨਹੀਂ ਤੂੰ ਬ੍ਰਿਟਿਸ਼ ਪਾਸਪੋਰਟ ਬਣ ਜੂ, ਤੇਰਾ ਇਹ ਬਣ ਜੂ ਬਹਾਨੇ। ਮੈਂ ਨਹੀਂ ਬ੍ਰਿਟਿਸ਼ ਪਾਸਪੋਰਟ ਬਣਾਉਣਾ, ਮੈਂ 2.5 ਸਾਲ ਤੋਂ ਉੱਪਰ ਮੈਂ ਇੱਕ ਦਿਨ ਨਹੀਂ ਕਰਨਾ। ਮੈਂ ਫਿਰ ਆਪਣਾ ਪਾਸਪੋਰਟ ਬਣਾਇਆ, ਆਪਣਾ ਕਿਰਾਇਆ ਗੁਰੂ ਕੀਤਾ, ਸਾਲ ਕੁ ਮੈਂ ਇੱਥੇ ਕੰਮ ਕੀਤਾ। 68 ਵਿੱਚ ਫਿਰ ਮੈਂ ਜਨਵਰੀ 'ਚ ਟਿਕਟ ਲਿਆ, ਮੈਂ ਆਪਣਾ ਪਹਿਲਾਂ ਪਿੰਡ ਚਲਿਆ ਗਿਆ, ਫਿਰ ਮੈਂ ਆਪਣਾ ਮਹਾਰਾਜ ਦੇ ਪਾਸ ਚਲੇ ਗਿਆ। 68 ਦੇ ਵਿੱਚ ਮੈਂ ਜੂਨ 'ਚ, ਮੇਰਾ ਖਿਆਲ ਜੁਲਾਈ 'ਚ ਮੈਂ ਪੱਕੇ ਤੌਰ 'ਤੇ ਰਾਜਸਥਾਨ ਚਲੇ ਗਿਆ। ਤੇ ਫਿਰ ਉਹ ਜਦੋਂ ਮੈਂ ਗਿਆ, ਮੈਂ ਮਹਾਰਾਜ ਨੂੰ ਚਿੱਠੀ ਪਾਤੀ ਸੀ, ਮਹਾਰਾਜ ਜੀ ਮੈਂ ਆ ਰਹੇ ਹਨ। ਤੇ ਉਹ ਇੱਧਰ ਜਹੇਦਾਰ ਜੀ ਕੋਠੇ ਤੋਂ ਫੈਂਸ ਬਾੜੇ ਹੁੰਦੀ ਸੀ ਤੇ ਮਹਾਰਾਜ ਜੀ ਰੋਜ਼ ਟਹਿਲਦੇ ਹੁੰਦੇ ਸੀ ਅੰਦਰ, ਰੋਜ਼ ਉਹਨਾਂ ਨੂੰ ਪੱਕਾ ਟਹਿਲ ਸੀ। ਤਾਂ ਮੈਂ ਤਾਂ ਬਾਹਰ ਖੜਾ, ਮਹਾਰਾਜ ਟਹਿਲਦੇ ਮੈਨੂੰ ਕਹਿੰਦੇ ਇੱਕ ਜਿਹੜਾ ਦੇਖ ਕੇ ਦੂਜੇ ਗੇੜ ਸੰਤ ਪ੍ਰਤਾਪ ਆ। ਮੈਂ ਜੀ ਮਾਰੇ, ਕਹਿੰਦੇ ਕੋਈ ਨਹੀਂ ਤੈਨੂੰ ਕੱਲ੍ਹ ਨੂੰ ਬੁਲਾਉਂਦੇ। ਮਾਸਟਰ ਨੂੰ ਕਿਹਾ, ਸੰਤ ਪ੍ਰਤਾਪ ਨੂੰ ਬੁਲਾ ਕੇ ਲੈ ਗਿਆ। ਮੈਂ ਜਦੋਂ ਤੋਂ ਇੰਦਰੀ ਸੁਰਤ ਸੰਭਲੀ ਸੀ ਨਾ 5 ਸਾਲ ਦਾ, ਮੈਂ ਉਦੋਂ ਤੋਂ ਮਹਾਰਾਜ ਦੀ ਡੰਡੌਤ 8 ਅੰਗ ਲਾ ਕੇ ਨਮਸਕਾਰ ਕਰਦਾ ਸੀ। ਮੈਂ ਨਹੀਂ ਕਿਸੇ ਦੀ ਪਰਵਾਹ ਕੀਤੀ। ਕਿਉਂ? ਮੈਨੂੰ ਕਿਸੇ ਦੀ ਪਰਵਾਹ ਨਾ ਕੀਤੀ। ਜਿਨ੍ਹਾਂ ਨੇ ਮੈਨੂੰ ਜੀਵਨ ਦਿੱਤਾ, ਸਾਰਾ ਸੰਸਾਰ ਦਿਖਾਇਆ, ਮੈਨੂੰ ਗੁਰਬਾਣੀ ਨਾਲ ਜੋੜਿਆ, ਸਾਰਾ ਰਸਤਾ ਦਿਖਾਇਆ ਮਹਾਰਾਜ ਦਾ, ਐਡੇ ਨਾ ਜੀਵਨ ਦਿੱਤਾ, ਮੈਨੂੰ ਉਹਦੇ ਨਾਲ ਬੜਾ ਕੌਣ ਹੈ? ਮੈਂ ਦੁਨੀਆ ਤੇ ਕੀ ਲੈਣਾ? ਮੈਂ 8 ਅੰਗ ਲਾ ਕੇ ਲੰਬਾ ਪੈ ਕੇ ਨਿਰੋਧ ਕਰਦਾ ਹੈ 5 ਸਾਲ ਤੋਂ ਬਾਅਦ। ਮੈਂ ਸਾਰੇ ਜਿੰਨੀ ਦੇਰ ਉਹਨਾਂ ਦਾ ਸਰੀਰ ਦੇ ਕੁਰਸੀ ਤੇ ਵੀ ਜਾਂਦੇ ਬਸ ਮੈਂ ਫਿਰ ਜਦੋਂ ਭੋਰੇ 'ਚ ਗਿਆ, ਮੈਂ ਭੋਰੇ 'ਚ ਮਹਾਰਾਜ ਸਾਹਮਣੇ ਉਹ ਪਲੰਘ ਤੇ ਬੈਠੇ ਸੀ, ਮੈਂ ਬਾਹਰ ਬਰਾਂਡੇ 'ਚ ਲੰਬਾ ਪੈ ਕੇ ਨਮਸਕਾਰ ਕੀਤੀ। ਮੇਰਾ ਮਨ ਭਰਿਆ ਬਹੁਤ। ਮਹਾਰਾਜ ਮੇਰੇ ਸਿਰ ਤੇ ਹੱਥ ਰੱਖ ਕੇ ਫਿਰ ਮੈਨੂੰ ਉਠਾ ਲਿਆ, ਕਹਿੰਦੇ ਕੋਈ ਨਹੀਂ ਬੈਠ, ਹੈ ਨਾ। ਮੈਂ ਇੰਦਰੀ ਤੇ ਗੱਲ ਬਚਨ ਕੀਤੀ, ਮਹਾਰਾਜ ਜੀ ਮੇਰੇ ਤੇ ਕਿਰਪਾ ਕਰਿਓ। ਪਤਾ ਕੀ ਬਚਨ ਕੀਤੇ? ਕਹਿੰਦੇ ਜੇ ਤੇਰੇ ਤੇ ਕਿਰਪਾ ਨਾ ਹੁੰਦੀ ਤੈਨੂੰ ਇੰਗਲੈਂਡ ਤੋਂ ਨਹੀਂ ਕੱਢਦੇ ਸੀ, ਤੈਨੂੰ ਕੱਢੇ ਇੰਗਲੈਂਡ ਤੋਂ ਇਸ ਕਰਕੇ ਤੇਰੇ ਤੇ ਕਿਰਪਾ ਹੀ ਸਾਡੀ। ਇਹ ਬਚਨ ਮਾਰੇ ਨੇ। ਹਮਾਰਾ ਪਰਿਵਾਰ ਵੀ ਤੁਹਾਡਾ ਹੀ, ਉਹ ਵੀ ਪਰਿਵਾਰ ਆ, ਉਹਨਾਂ ਦੇ ਫਿਰ ਸਾਡੀ ਵਾਸਤੇ ਅਸੀਂ ਬਚਨ ਕਰਕੇ ਕਹਿੰਦੇ ਭਾਈ ਹੁਣ ਐਂ ਕਰ, ਛੋਟੇ ਸੰਤ ਸਾਹਿਬ ਕੋਲ ਜਾ, ਜੋ ਤੈਨੂੰ ਬਚਨ ਕਰਨਗੇ ਉਹ ਬਚਨ ਮੰਨਣਾ। ਦੂਜੀ ਗੱਲ ਪਾਠ ਸਿੱਖਣਾ, ਸਾਥਿਆ ਕਰਾਉਣਾ ਕਰ, ਜਿੱਥੇ ਤੈਨੂੰ ਸੇਵਾ ਲਾਣਗੇ। ਮਹਾਰਾਜ ਇਹ ਵੀ ਕਿਹਾ ਸਾਡਾ ਰੂਪ ਜਾਣ ਕੇ ਤਾਂ ਸੇਵਾ ਕਰਨਗੇ। ਉਹ ਵੀ ਮਹਾਰਾਜ ਨੇ ਕਿਹਾ ਸਾਡਾ ਰੂਪ, ਸਾਡੇ 'ਚ ਕੋਈ ਫਰਕ ਨਹੀਂ। ਆਪਾਂ ਸਤ ਵਚਨ ਕਿਹਾ, ਇਹ ਕਹਿੰਦੇ ਮਹਾਰਾਜ ਕਹਿੰਦੇ ਅੰਮ੍ਰਿਤ ਛਕ ਲਈ, ਹੈ ਨਾ। ਬਾਅਦ ਉਦੋਂ ਜਹੇਦਾਰ ਜੀ ਅੰਮ੍ਰਿਤ ਛਕਾਉਂਦੇ ਹੁੰਦੇ, ਅੰਮ੍ਰਿਤ ਛਕਿਆ ਤੇ ਫਿਰ ਮਹਾਰਾਜ ਨੂੰ ਮੈਂ ਆਪ ਦੀ ਜੁਗਤੀ ਉੱਚੀ ਮਹਾਰਾਜ ਮੈਨੂੰ ਦੱਸਿਆ ਵੀ ਐਂ ਕਰਿਆ ਕਰ, 1 ਸਾਲ ਕਰਨੀ ਆ, ਉਸ ਤੋਂ ਬਾਅਦ ਨਾਗਾ ਨਹੀਂ ਪਾਉਣਾ, ਉਸ ਤੋਂ ਬਾਅਦ ਸਾਡੇ ਕੋਲ ਫੇਰ ਆਉਣਾ। ਜੋ ਉਹਨਾਂ ਨੇ ਕਿਹਾ ਦੱਸਿਆ, ਸਾਲ ਬਾਅਦ ਫਿਰ ਮੈਂ ਭੋਰੇ 'ਚ ਗਿਆ, ਮਹਾਰਾਜ ਟਹਿਲਦੇ ਸੀਗੇ ਭੋਰੇ 'ਚ। ਫਿਰ ਮੈਨੂੰ ਮਹਾਰਾਜ ਨੇ ਆਪਣਾ ਜੁਗਤੀ ਦੱਸੀ ਨਾਮ ਦੀ, ਹੈ ਨਾ। ਬੈਠ ਕੇ ਉੱਥੇ ਨਾ ਮਹਾਰਾਜ ਚੌਂਕੜਾ ਮਾਰ ਕੇ ਮੈਨੂੰ ਦੱਸਿਆ ਪੂਰੇ ਉੱਥੇ, ਪਹਿਲਾਂ ਕਹਿੰਦੇ ਐਂ ਬੈਠਣਾ, ਐਂ ਕਰਨਾ, ਐਂ ਅਭਿਆਸ ਕਰਨਾ, ਬਸ ਜਿਉਂ ਕਰਦਾ ਜਾਵੇਗਾ। ਤੈਨੂੰ ਦੱਸਤਾ ਇੱਕ ਵਾਰ ਸਾਰੀ ਲਾਈਫ ਵਾਸਤੇ, ਜਿਉਂ ਮਨ ਦੀ ਇਕਾਗਰਤਾ ਕਰਦਾ ਜਾਵੇਗਾ, ਸਾਧਨਾ ਕਰਦਾ ਜਾਵੇਗਾ, ਸਭ ਕੁਛ ਆਪੇ ਤੈਨੂੰ ਪ੍ਰਾਪਤ ਹੋ ਜਾਏ। ਇਸ ਤਰ੍ਹਾਂ ਕਰਕੇ ਬਾਅਦ ਫਿਰ ਮਹਾਰਾਜ ਜੀ ਮੈਨੂੰ ਬੜੇ ਕਹਿਣ ਲੱਗੇ
ਕਹਿਣ ਲੱਗੇ ਤੂੰ ਸਾਡੇ ਨਾਲ ਚੱਲਿਆ ਕਰ। ਤੇ ਜਹੇਦਾਰ ਜੀ ਤੋਂ ਮੈਂ ਢੋਲਕੀ ਸਿੱਖਣ ਲੱਗ ਗਿਆ। ਜਹੇਦਾਰ ਜੀ ਨੇ ਮੈਨੂੰ ਢੋਲਕੀ, ਉਹਨਾਂ ਤੋਂ ਇਹ ਢੋਲਕੀ ਦਾ ਗੁਣ ਮੈਨੂੰ ਉਹਨਾਂ ਨੇ ਦਿੱਤਾ ਨਾ, ਤਾਂ ਉਹਨਾਂ ਨੇ ਜਦੋਂ ਸਿਖਾਈ। ਫਿਰ ਜਥੇ 'ਚ ਫਿਰ ਮਹਾਰਾਜ ਕਹਿੰਦੇ ਸਾਡੇ ਨਾਲ ਚੱਲਿਆ ਕਰ। ਜਥੇ 'ਚ ਬੜੇ ਮਹਾਰਾਜ ਨੇ ਫਿਰ ਵਸਤਰ ਵੀ ਧੋਣੇ ਸੀ, ਹੈ ਨਾ, ਸਾਰਾ ਨਿਤਨੇਮ ਕਰਨਾ, ਲੱਭੇ ਹੀ ਰਹਿਣਾ। ਤੇ ਫਿਰ ਭਗਤ ਜੀ ਤੋਂ ਜਥੇ 'ਚ ਫਿਰ ਭਗਤ ਜੀ ਤੋਂ ਵੀ ਮੈਂ ਸੰਥਿਆ ਕਰਾਉਂਦਾ ਸੀ। ਪਹਿਲੇ ਭਾਗ ਦੀ ਸੰਥਿਆ ਮੈਂ ਭਗਤ ਜੀ ਤੋਂ ਮਹਾਰਾਜ ਬੜੇ ਨਾਲ ਜਥੇ 'ਚ ਕਰ, ਸਾਰੇ ਕੱਪੜੇ ਸਿਖਾਉਣੇ, ਦੀਵਾਨਾਂ 'ਤੇ ਜਾਣਾ, ਸਾਰਾ ਕੁਝ ਕਰਨਾ। ਫਿਰ 1.5 ਪੌਣੇ 2 ਸਾਲ ਮੈਂ ਬੜੇ ਮਹਾਰਾਜ ਰਿਹਾ। ਫਿਰ ਉਸ ਤੋਂ ਬਾਅਦ ਜਾਣੀ ਮੇਰਾ ਉਹ ਸਾਧਨ ਬਣਿਆ, ਫਿਰ ਛੋਟੇ ਮਹਾਰਾਜ ਦੀ ਸੇਵਾ ਮਿਲੀ, ਹੈ ਨਾ। ਛੋਟੇ ਮਹਾਰਾਜ ਦੀ ਸੇਵਾ ਮੈਨੂੰ ਸ਼ੇਰ ਸਿੰਘ ਨੇ, ਉਹਨੇ ਮੌਨ ਰੱਖਣਾ ਸੀ। ਉਹ ਫਿਰ ਉਹ ਕਹਿੰਦਾ ਮੈਨੂੰ ਕਹਿੰਦਾ ਵੀ ਤੂੰ ਮਹਾਰਾਜ ਦੀ ਸੇਵਾ ਕਰਿਆ ਕਰ। ਉਹ ਮੌਨ ਰੱਖਣਾ ਸੀ, ਉਹਨੇ ਭਗਤ ਜੀ ਸੀਗਾ ਇੱਕ। ਤੇ ਮਹਾਰਾਜ ਨੂੰ ਕਹਿਣ ਲੱਗੇ, ਮਹਾਰਾਜ ਕਹਿੰਦੇ ਅਸੀਂ ਮੌਨ ਰੱਖਣਾ। ਮਹਾਰਾਜ ਕਹਿੰਦੇ ਛੋਟੇ ਕਹਿੰਦੇ ਤੂੰ ਮੌਨ ਰੱਖਣਾ, ਮੇਰੀ ਸੇਵਾ ਕੌਣ ਕਰੂ? ਸ਼ੇਰ ਸਿੰਘ ਕਹਿੰਦਾ ਮਹਾਰਾਜ ਇਹ ਕਰਿਆ ਕਰੂ। ਕਹਿੰਦੇ ਤੈਨੂੰ ਇਹਦੇ ਤੇ ਯਕੀਨ ਆ? ਕਹਿੰਦਾ ਹਾਂ ਮਹਾਰਾਜ। ਚੰਗਾ ਲੱਗਿਆ। ਤੇ ਪਹਿਲਾਂ ਬੜੇ ਮਹਾਰਾਜ ਨਾਲ ਵਸਤਰ ਧੋਣੇ, ਜਿੱਥੇ ਜਾਣਾ ਬਸ ਮਜ਼ਾਲਾ ਬੋਲਦੇ ਨਹੀਂ ਸੁਣਦੇ, ਪਤਾ ਹੀ ਨਹੀਂ ਸੁਣਦਾ। ਜਿਹੜੀ ਉਹ ਆਨੰਦ ਸੀ ਜਿਹੜਾ ਨਾ ਅੰਦਰੀ ਤੋਂ, ਮਹਾਰਾਜ ਦਾ ਇੰਨਾ ਡਰ ਪਿਆ ਹੁੰਦਾ ਸੀ, ਮਜ਼ਾਲਾ ਕੋਈ ਬੋਲ ਜਾਵੇ। ਉਦੋਂ ਉਹ ਮਹਾਂਪੁਰਸ਼ ਜਿਹੜੇ ਸੀ ਪੁਰਾਣੇ ਸੀਗੇ, ਉਹ ਆਪਣਾ ਜਨਮ ਸਫਲਾ ਕਰਨ ਵਾਸਤੇ ਸੇਵਾ ਕਰਨ ਜਾਂਦੇ ਸੀ। ਫਿਰ ਜਦੋਂ ਛੋਟੇ ਮਹਾਰਾਜ ਫਿਰ ਮੈਨੂੰ ਸੇਵਾ ਮਿਲ ਗਈ, ਕੁਝ ਦਿਨਾਂ ਬਾਅਦ ਮੈਨੂੰ ਉਹਨਾਂ ਨੇ ਬਿਠਾ ਲਿਆ। ਤਾਂ ਬਿਠਾਇਆ, ਮੈਨੂੰ ਕਹਿੰਦੇ ਕਾਕਾ ਗੱਲ ਸੁਣ। ਮੈਂ ਦੱਸੋ ਮਹਾਰਾਜ। ਤੈਂ ਭਾਈ ਹੁਣ ਕਹਿੰਦੇ ਕਾਕਾ ਤਾਂ ਸਾਡੇ ਕੋਲ ਸੇਵਾ ਕਰਨੀ ਹੈ। ਕਹਿੰਦੇ 2-3 ਗੱਲਾਂ ਦਾ ਤਾਂ ਖਿਆਲ ਰੱਖਣਾ। ਮੈਂ ਦੱਸੋ ਮਹਾਰਾਜ। ਕਹਿੰਦੇ ਦੇਖੋ, ਜੇ ਇਸ ਸੰਸਾਰ ਸਮੁੰਦਰ ਨੂੰ ਤਰਨਾ, ਇਹ ਜਿਹੜਾ ਜੀਵਨ ਹੈ ਤੇਰਾ, ਇਹ ਸਾਰਾ ਗੁਰੂ ਕੇ ਲੇਖੇ ਲਾਉਣਾ। ਇਹ ਸੰਗਤਾਂ ਦੀ ਸੇਵਾ ਕਰਨੀ ਆ। ਜੋ ਮਾੜੇ ਮਾਰੇ ਕਹਿੰਦੇ ਸੀ ਉਹੀ ਉਹ ਕਹਿੰਦੇ, ਹੈ ਕਿ ਨਹੀਂ। ਕਹਿੰਦੇ 2-3 ਗੱਲਾਂ ਦਾ ਖਿਆਲ ਰੱਖਣਾ। ਮੈਂ ਦੱਸੋ ਮਹਾਰਾਜ। ਕਹਿੰਦੇ ਮਨ ਨੂੰ ਵਿਹਲਾ ਨਹੀਂ ਰਹਿਣ ਦੇਣਾ। ਮੈਂ ਮਹਾਰਾਜ ਉਹ ਕਿਵੇਂ? ਕਹਿੰਦੇ ਦੇਖ ਹੁਣ ਤੂੰ ਗੱਡੀ ਚਲਾਉਣਾ, ਜਦੋਂ ਗੱਡੀ ਚਲਾ ਕੇ ਆ ਜਾਵੇਂ, ਕਿਤੇ ਲਿਬੜੀ ਹੁੰਦੀ ਆ, ਮੀਂਹ ਪੈਂਦਾ ਗਾਰੇ ਨਾਲ, ਆ ਕੇ ਜਦੇ ਕਹਿੰਦੇ ਉਹ ਪਾਣੀ ਨਾਲ ਧੋ ਦੇ, ਗਿੱਲੀ ਗਿੱਲੀ ਮਿੱਟੀ ਹੁੰਦੀ ਸਾਰੀ ਲੈ ਜਾਂਦੀ ਆ। ਤੇਲ ਪਾਣੀ ਕਹਿੰਦੇ ਉਹਨੂੰ ਚੈੱਕ ਕਰਕੇ ਤਿਆਰ ਰੱਖਿਆ ਕਰ, ਪਤਾ ਨਹੀਂ ਕਦੋਂ ਕਿੱਧਰ ਨੂੰ ਜਾਣਾ ਪੈ ਜਾਵੇ। ਮੈਂ ਕਿਹਾ 7 ਵਜੇ। ਮਹਾਰਾਜ ਦੇ ਕਮਰੇ 'ਚ ਕੱਪੜੇ ਵੀ ਮਹਾਰਾਜ ਦੇ ਉਦੋਂ ਛੋਟਿਆਂ ਦੇ ਮੈਂ ਧੋਂਦਾ ਸੀ। ਫਿਰ ਕਹਿੰਦਾ ਇੱਥੇ ਕੱਪੜੇ ਧੋਣੇ ਤੇ ਝਾੜੂ ਮਾਰ ਲਿਆ। ਕਹਿੰਦੇ ਦਿਨੇ ਪਤਾ ਹੀ ਨਾ ਲੱਗੇ ਕਿਸੇ ਨੂੰ ਝਾੜੂ ਮਾਰ ਲਿਆ। ਕਹਿੰਦੇ ਫਿਰ ਦੇਖਿਆ ਵਿਹਲਾ ਤਾਂ ਮਹਾਰਾਜ ਨੇ ਕਿੱਥੋਂ ਸੀਗੇ। ਪਹਿਲਾਂ ਤਾਂ ਮਹਾਂਪੁਰਸ਼ਾਂ ਨਾਲ ਤਾਂ ਕੋਈ ਵਿਹਲਾ ਰਹਿ ਹੀ ਨਹੀਂ ਸਕਦਾ, ਜਿਹਨੇ ਜਨਮ ਸਫਲਾ ਕਰਨਾ, ਜਿਹਨੇ ਭਾਈ ਆਪਣੀ ਇੱਛਾ ਹੀ ਕਰਨੀਆਂ ਨੇ ਸੰਤਾਂ ਕੋਲ ਜਾ ਕੇ। ਉਹ ਤਾਂ ਚਾਹੁੰਦਾ ਮੈਂ ਸੁੱਤਾ ਰਿਹਾ ਕਰਾਂ, ਸੇਵਾ ਮੈਂ ਕਰਾਂਗਾ। ਸੇਵਾ ਫਿਰ ਉਹ ਬੰਦਾ ਹੋਰਾਂ ਤੋਂ ਕਰਾਈ ਜਾਂਦਾ, ਆਪ ਐਸ਼ ਕਰਦੇ ਆ, ਆਪ ਮੱਥੇ ਟਿਕਾਉਣ ਨੂੰ, ਹੈ ਨਾ। ਬਸ ਮਹਾਰਾਜ ਜੀ ਕਹਿੰਦੇ ਇੱਕ ਇਹ ਮਨ ਨੂੰ ਵਿਹਲਾ, ਜਿੱਦਣ ਇਹ ਮਨ ਵਿਹਲਾ ਰਹਿ ਗਿਆ ਵਗਿਆ, ਇਹ ਕਰਦਾ ਹੀ ਸਾਰਾ ਕੰਮ ਇਹ ਖਰਾਬ। ਫਿਰ ਕਹਿੰਦਾ ਮੈਂ ਹਜ਼ੂਰ ਸਾਹਿਬ ਜਾਵਾਂ, ਮੈਂ ਇੱਧਰ ਜਾਵਾਂ, ਇਹੋ ਜਿਹੇ ਫੁਰਨੇ। ਜਦੋਂ ਵਿਹਲਾ ਹੁੰਦਾ ਫਿਰ ਇਹੋ ਜਿਹੇ ਫੁਰਨੇ ਉਠਾਉਂਦਾ। ਇੱਕ ਵਾਰ ਚਲਿਆ ਗਿਆ ਭਾਈ, ਫਿਰ ਮਹਾਂਪੁਰਸ਼ਾਂ ਦੀ ਸੇਵਾ ਨਹੀਂ ਹੁੰਦੀ। ਸੇਵਾ 8 ਪੈਰ ਰਹਿ ਕੇ ਸੇਵਾ। ਮਹਾਰਾਜ ਇਸੇ ਕਰਕੇ ਬਾਣੀ ਕਿਹਾ, ਗੁਰ ਪੀਰਾਂ ਕੀ ਚਾਕਰੀ ਮਹਾਂ ਕਰੜੀ ਆ, ਅੱਗੇ ਕੀ ਸੁਖ ਸਾਰ। ਫਿਰ ਜਦੋਂ ਕਰ ਲਊਗਾ ਨਾ, ਤੇ ਸੁੱਖਾਂ ਦਾ ਸਾਰ ਖਜ਼ਾਨਾ ਬਣ ਜਾਣਾ। ਨਦਰ ਕਰੇ ਜਿਸ ਆਪਣੀ, ਤਿਸ ਲਾਏ ਹਿਤ ਪਿਆਰ। ਸਤਿਗੁਰ ਕੀ ਸੇਵਾ ਲੱਗਿਆ, ਪਹੁੰਚਾ ਚਲੇ ਸੰਸਾਰ। ਇਹ ਮਹਾਰਾਜ ਦੇ ਬਚਨ ਨੇ। ਬਾਕੀ ਇਹ ਪੰਕਤੀਆਂ ਇਹ ਟੁਕੀਆਂ ਆਪਣੇ ਤੇ, ਹੈ ਕਿ ਨਹੀਂ। ਪਰ ਫਿਰ ਮਹਾਰਾਜ ਕਹਿੰਦੇ ਇੱਕ ਤਾਂ ਇਹ ਮਨ ਨੂੰ ਵਿਹਲਾ ਨਹੀਂ ਰਹਿਣ ਦੇਣਾ। ਫਿਰ ਗ੍ਰੰਥ ਪੜ੍ਹ ਲਾ, 7 ਵਜੇ। ਇੱਕ ਇਹ ਪਹਿਲੀ ਗੱਲ। ਦੂਜੀ ਕਹਿੰਦੇ ਕਿਸੇ ਦੀ ਕੋਠੀ 'ਚ ਨਹੀਂ ਜਾਣਾ, ਭਾਵੇਂ ਸਾਰੇ ਬਹਿੰਗਮ ਸੀ। ਜੇ ਆਪਾਂ ਸੋਚੀਏ ਬਹਿੰਗਮ ਵਾਲੇ ਕੀ ਭਜਨ ਕਰਨਾ, ਤਾਂ ਮਹਾਰਾਜ ਕਹਿੰਦੇ ਇਕੱਲੇ ਕਰੋ, ਮਤਲਬ ਉੱਠੋ ਇਕੱਲੇ ਜੁੜੋ, ਕਿਸੇ ਦੀ ਕੋਠੀ 'ਚ ਨਹੀਂ ਜਾਣਾ। ਕਹਿੰਦੇ ਕੀ ਕਰੋਗੇ ਜਾ ਕੇ? ਗੱਪਾਂ ਹੀ ਮਾਰੋਗੇ। ਦੇਖੋ ਵੱਜਣੀਆਂ ਹੀ ਨੇ। ਜੇ ਇਕੱਲਾ ਗੱਲਾਂ ਕਿਹਦੇ ਨਾਲ ਕਰੂ? ਜਾਂਦਾ ਫਿਰ ਗ੍ਰੰਥ ਪੜ੍ਹ ਲਓ, ਨਾਮ ਜਪ ਲਓ, ਉਹ ਇਕੱਲਾ ਉੱਧਰ ਲੱਗਿਆ ਰਹੂ। ਕਹਿੰਦੇ ਕਿਸੇ ਦੀ ਕੋਠੀ 'ਚ ਨਹੀਂ ਜਾਣਾ। ਮੈਂ ਕਿਹਾ 7 ਵਜੇ ਨੂੰ ਆਦਾ। ਇੱਕ ਹੋਰ ਕਹਿੰਦੀ ਗੱਲ, ਕਹਿੰਦੇ ਤੈਨੂੰ ਬਹੁਤ ਮਿਲਣਗੇ, ਕਹਿਣਗੇ ਵੀ ਸੰਤਾਂ ਕੋਲ ਤੈਨੂੰ ਰਹਿੰਦਿਆਂ ਨੂੰ ਕਿੰਨੇ ਕੀ ਸਾਲ ਹੋ ਗਏ, ਸੇਵਾ ਕਰਦਿਆਂ ਨੂੰ ਹੋ ਗਏ 10-15 ਸਾਲ। ਅੱਛਾ, ਬੜੇ ਸਾਲ ਯਾਰ ਹੋ ਗਏ ਤੈਨੂੰ ਸੰਤਾਂ ਕੋਲ। ਤੈਨੂੰ ਕੋਈ ਸ਼ਕਤੀਆਂ ਦਿੱਤੀਆਂ, ਤੈਨੂੰ ਕਰਾਮਾਤਾਂ ਤੇਰੇ 'ਚ ਆਈਆਂ?
ਤੈਨੂੰ ਗਿਆਨ ਕੀਤਾ? ਨਹੀਂ ਯਾਰ, ਮੈਨੂੰ ਤਾਂ ਅਜੇ ਤੱਕ ਕੋਈ ਗਿਆਨ ਨਹੀਂ, ਕੋਈ ਕਰਾਮਾਤ ਕੋਈ ਨਹੀਂ। ਉਹ ਤੈਂ ਫਿਰ ਇੰਨੇ ਸਾਲ ਸੰਤਾਂ ਕੋ ਗਵਾ ਲਏ, ਫਿਰ ਤਾਂ ਬੜੇ ਮੇਰੇ ਨੇ ਘਰ ਜਾ ਕੇ ਵਿਆਹ ਕਰਾ। ਇਹ ਬਚਨ ਇਵੇਂ ਮਹਾਰਾਜ ਮੈਂ ਦੱਸਦਾ ਜਦੋਂ ਮਹਾਰਾਜ ਨੇ ਕੀਤਾ। ਕਹਿੰਦੇ ਇੱਕ ਇਹ ਨਹੀਂ ਸੁਣਨੀ, ਤੇਰੇ ਕੋਲ ਬਹੁਤ ਹੋਣਗੇ। ਕਹਿੰਦੇ ਸੁਣਨੀ ਨਹੀਂ ਤੈਂ ਜੇ ਕੁਛ ਲੈਣਾ। ਮੈਂ ਮਹਾਰਾਜ ਸੱਤ ਵਜੇ ਜਦੋਂ ਬੜੇ ਮਹਾਰਾਜ ਦੀ ਕੁਰਸੀ ਲੱਗਦੀ, ਮਹਾਰਾਜ ਨੇ ਕਿਹਾ ਵੀ ਜਾਓ ਸੰਤਾਂ ਦੀ ਕੁਰਸੀ ਲੱਗੀ ਹੈ, ਮੱਥਾ ਟੇਕੇ। ਪਤਾ ਉੱਥੇ ਜਾਣਾ ਆਪਾਂ ਇੰਦਰਿਤ। ਦੇਖੋ ਰੋਜ਼ ਸੰਤ ਮਹਾਰਾਜ ਦਾ 2 ਸਵਾ 2 ਵਜੇ ਛੋਟੇ ਮਹਾਰਾਜ ਉੱਠਦੇ, ਪਤਾ ਨਹੀਂ ਸੌਂਦੇ ਸੀ ਕਿ ਨਹੀਂ ਸੌਂਦੇ। ਉਹਨਾਂ ਨੇ ਜਦੋਂ 10 ਵਜੇ ਤੋਂ ਬਾਅਦ ਕੁੰਡਾ ਲਾ ਲੈਣਾ, ਕਈ ਵਾਰ ਤਾਂ ਸਾਰੀ ਰਾਤ ਬੱਤੀ ਜਲਦੀ ਨਹੀਂ। ਇੰਨੀ ਉਹਨਾਂ 'ਚ ਧੀਰਜ ਸੀ, ਇੰਨੇ ਪੇਸ਼ੈਂਟ ਸੀ, ਹੈਗਾ ਨਾ, ਥਕੇਵਾ ਉਹਨਾਂ ਦੇ ਨੇੜੇ ਨਹੀਂ ਸੀ। ਫਿਰ ਉਹਦਾ ਨਿਤਨੇਮ ਕੀ ਸੀ? ਸਵਾ 2 ਵਜੇ ਉੱਠਣਾ। ਮੈਂ ਉੱਠ ਕੇ ਮੈਂ ਵੀ ਦੂਜੇ ਕਮਰੇ 'ਚ ਪਿਆ ਹੁੰਦਾ, ਜਦੋਂ ਐ ਆਲ ਖੋਲ੍ਹਣੀ। ਮੈਂ ਜਦ ਮੇਰੇ 'ਚ ਵੀ ਐਸੀ ਚੀਜ਼ ਸੀਗੀ ਹੈ ਨਾ, ਸਰੀਰ ਕਰਕੇ ਮੇਰੇ 'ਚ ਫੁਰਤੀ ਸੀ, ਆਲਸ ਮੇਰੇ 'ਚ ਵੀ ਹੈ ਨਹੀਂ ਸੀ। ਪਰ ਫਿਰ ਮੈਂ ਗਰਮੀ ਹੋਣੀ, 2 ਟੱਪ ਪਾਣੀ ਦੇ ਭਰਨੇ ਨਲਕੇ ਨਾਲ, ਫਿਰ ਕਸ਼ਹਿਰਾ ਪਰ ਰੱਖ ਦੇਣਾ। ਤੇ ਮਹਾਰਾਜ ਨੇ ਇਸ਼ਨਾਨ ਕਰਕੇ ਤੇ ਉਦੋਂ ਫਿਰ ਬਸ ਮਹਾਰਾਜ ਨੇ ਬਹਿ ਜਾਣਾ। ਮੈਂ ਜਦ ਹੀ ਟੱਪ ਧੋ ਕੇ ਜਦੋਂ ਸਾਫ਼ ਕਰ ਦੇਣਾ, ਮੈਂ ਫਿਰ ਦੂਜੇ ਕਮਰੇ 'ਚ ਆ ਜਾਣਾ। ਮਹਾਰਾਜ ਨੇ ਕੁੰਡਾ ਲਾ ਲੈਣਾ, ਬੈਠ 5 ਵਜੇ ਫੇਰ ਮਹਾਰਾਜ ਨੇ ਡੋਰ ਖੋਲ ਕੇ ਮਹਾਰਾਜ ਨੇ ਗੁਰਦੁਆਰੇ ਆਸਾ ਦੀ ਵਾਰ 'ਤੇ ਜਾਣਾ। ਰੋਜ਼ ਨਿਤਨੇਮ। ਮਜਾਲ ਆ ਕਦੇ ਵੀ ਤੂੰ ਕਹਿ ਦੋ ਵੀ ਅੱਜ ਨਹੀਂ ਜਾ ਹੋਣਾ। ਸ਼ਾਮ ਨੂੰ ਫੇਰ ਕਥਾ 'ਚ, ਦਿਨੇ ਖੇਤਾਂ ਦੇ ਵਿੱਚ ਸਾਰੇ ਜਾ ਕੇ ਸਾਰੇ ਕੰਮ ਦੇਖਣੇ, ਸਾਰੇ ਡੇਰੇ 'ਚ ਰਾਤ ਨੂੰ ਛੋਟ ਮਹਾਰਾਜ ਨੇ ਗੇੜਾ ਦੇਣਾ, ਦੇਖਣਾ ਵੀ ਕੋਈ ਸਫਾਈ ਤਾਂ ਨਹੀਂ, ਆਹ ਤਾਂ ਨਹੀਂ ਕਰਦਾ। ਡੋਰ ਖੜਕਾ ਕੇ ਓਏ ਭਾਈ ਆਹ ਸਾਫ਼ ਕਰੋ, ਇਹ ਐਂ ਕਰੋ। ਮਹਾਰਾਜ ਸਾਰੇ ਡੇਰੇ ਦਾ ਖਿਆਲ ਰੱਖਣਾ, ਕਿਸੇ ਨੂੰ ਬਿਮਾਰ ਠਾਣਾ, ਸਾਰਾ ਪੁੱਛਣਾ। ਇੰਨੀ ਮਹਾਰਾਜ ਧੀਰਜ ਸੀਗੀ। ਖੇਤਾਂ 'ਚ ਜਾਣਾ, ਅਸੀਂ ਨਾਲ ਖੇਤੀ ਕਰਦੇ, ਮਹਾਰਾਜ ਪਲਕ 'ਤੇ ਬੈਠੇ ਰਹਿਣਾ। ਅਸੀਂ ਗੁੱਡਣਾ ਕਰਨਾ, ਸਾਰਾ ਵੱਢਦੇ ਵੀ ਰਹੇ, ਹਾੜੀਆਂ ਵੀ ਵੱਢਦੇ ਰਹੇ। ਜਿੱਥੇ ਕਹਤਾ ਚਲੋ ਭਾਈ ਕਰੋ, ਜਵਾਬ ਥੋੜ੍ਹਾ। ਆਪਾਂ ਕਦੇ ਫੁਰਨਾ ਨਹੀਂ ਕੀਤਾ ਕਿ ਮੈਨੂੰ ਉਹ ਸੇਵਾ ਹੈ ਕਿ ਨਹੀਂ। ਜਿੱਥੇ ਲਾਤਾ ਆਪਾਂ ਡਟ ਕੇ ਕੀਤੀ ਆ। ਇਸ ਤਰ੍ਹਾਂ ਕਰਦੇ ਬਸ ਫਿਰ ਮਹਾਰਾਜ ਦੇ ਨਾਲ ਜਿੱਥੇ ਜਾਣਾ। ਰੋਜ਼ ਮਹਾਰਾਜ ਦਾ ਇਹ ਰੂਟੀਨ ਸੀਗਾ। 83 ਦੇ ਵਿੱਚ 83 ਵਿੱਚ ਮੈਂ ਚਿੱਠੀਆਂ ਲਿਖਦਾ ਸੀ। ਜਰਨੈਲ ਵੀ ਮੇਰੇ ਨਾਲ ਉੱਥੇ ਕੋਲ ਹੀ ਸੀਗਾ। ਚਿੱਠੀਆਂ ਲਿਖਦਾ ਮਹਾਰਾਜ ਬਾਹਰ ਬਰਾਂਡੇ 'ਚ ਬੈਠੇ ਸੀ। 6 ਵਜੇ, ਸਵਾ 6, 6:30 ਮਹਾਰਾਜ ਜੀ ਫਿਰ ਕਥਾ ਸੁਣ ਜਾਂਦੇ ਹੁੰਦੇ ਸੀ। 6 ਵਜੇ ਸੀਗੀ ਸ਼ਾਮ ਦਾ ਟਾਈਮ। ਮੰਦਰ 'ਚ ਠੀਣ ਗਏ ਮਹਾਰਾਜ, ਉੱਠ ਕੇ ਬਾਹਰੋਂ ਅੰਦਰ ਆ ਗਏ। ਅੰਦਰ ਆ ਕੇ ਬਾਹਰ ਖੜ ਕੇ ਨਾ ਮੈਨੂੰ ਐ ਹੱਥ ਮਾਰਿਆ। ਇੱਧਰਲੇ ਕਮਰੇ 'ਚ ਮਹਾਰਾਜ ਦਾ ਪਹਿਲਾ ਕਮਰਾ ਸੀ, ਉੱਥੇ ਸੀ। ਹੱਥ ਮਾਰਿਆ, ਮੈਂ ਉੱਠ ਕੇ ਆ ਗਿਆ। ਜਰਨੈਲ ਵੀ ਕੋਲੇ ਸੀਗਾ। ਤੇ ਮਹਾਰਾਜ ਜੀ ਕਹਿੰਦੇ ਭਾਈ ਤੈਨੂੰ ਪਤਾ ਸੀ ਕਿਉਂ ਬੁਲਾਇਆ? ਮੈਂ ਮਹਾਰਾਜ ਮੈਨੂੰ ਤਾਂ ਪਤਾ ਨਹੀਂ, ਤੁਸੀਂ ਦੱਸੋ ਕੀ ਗੱਲ। ਕਹਿੰਦੇ ਭਾਈ ਅਸੀਂ ਤੈਨੂੰ ਤਾਂ ਬੁਲਾਇਆ, ਹੁਣ ਤੱਕ ਕਹਿੰਦੇ ਮੈਂ ਆਪਣੀ ਕਿਰਿਆ ਆਪ ਕਰਦਾ ਰਿਹਾ। ਕਹਿੰਦੇ ਹੁਣ ਮੇਰਾ ਸਰੀਰ ਬਿਰਧ ਹੁੰਦਾ ਜਾਣਾ। ਕਹਿੰਦੇ ਭਾਈ ਦੇਖ, ਸੇਵਾ ਕੋਈ ਵੀ ਆ, ਕਿਸੇ ਦੀ ਵੀ ਕਰਨੀ ਬਹੁਤ ਔਖੀ ਆ। ਹੁਣ ਤੱਕ ਤਾਂ ਮੈਂ ਆਪਣੀ ਕਿਰਿਆ ਆਪ ਕਰਦਾ ਰਿਹਾ, ਵੀ ਹੁਣ ਤੂੰ ਐ ਕਰ। ਕਹਿੰਦੇ ਬਾਈ ਜੀ ਸੀ ਨਾ ਮਹਾਰਾਜ ਦੇ ਗੁਰਭਰਾ ਸੀ, ਕਿ ਤੁਹਾਨੂੰ ਪਤਾ ਹੀ ਉਹਨਾਂ ਦਾ। ਕਹਿੰਦੇ ਦੇਖੋ ਉਹ ਵੀ ਇੰਨੀ ਦੇਰ ਰਹੇ ਆ, ਉਹਨਾਂ ਦੀ ਇੱਥੇ ਕਿਸੇ ਨੇ ਸੇਵਾ ਨਹੀਂ ਕੀਤੀ। ਕਹਿੰਦੇ ਉਹਦੇ ਘਰਦਿਆਂ ਨੇ ਕੀਤੀ। ਤੇ ਤੂੰ ਐ ਕਰ ਵੀ ਮੇਰਾ ਸਰੀਰ ਬਿਰਧ ਹੋ ਗਿਆ, ਤੂੰ ਮੈਨੂੰ ਹੁਣ ਪਿੰਡ ਛੱਡ ਦੇ। ਮੈਂ ਸੋਚਿਆ ਵੀ ਮਹਾਰਾਜ ਤਾਂ ਪਿੰਡ ਦਾ ਕਦੇ ਨਾਂ ਨਹੀਂ ਲੈਂਦੇ ਸੀ, ਊਂ ਹੀ ਨਹੀਂ ਉਧਰ ਨਾ ਸਕਦੇ। ਆਪਣੇ ਆਪ ਹੀ ਚਲੋ ਮਹਾਰਾਜ ਦੀ ਕਿਰਪਾ ਸੀ, ਆਪਣੀ ਸੋਚਣੀ, ਆਪਣੀ ਪ੍ਰੇਮ ਤੇ ਪਿਆਰ ਦਾ, ਆਪਣਾ ਹਰੇਕ ਦਾ ਆਪਣੀ ਸੋਚਣੀ। ਤੇ ਮੈਂ ਕਿਹਾ ਮਹਾਰਾਜ ਜੀ ਬਾਈ ਦੇ ਤੇ ਤੁਹਾਡੇ ਵਿੱਚ ਬਹੁਤ ਫਰਕ ਹੈ। ਮੈਂ ਆਪ ਜੀ ਵਜ੍ਹਾ ਸਮਝਦਾ ਸੀ, ਬਾਈ ਜੀ ਬਹੁਤ ਚੰਗੇ ਸੀਗੇ, ਤੁਹਾਡੇ ਗੁਰੂ ਭਰਾ ਸੀਗੇ, ਪਰ ਬਹੁਤ ਚੰਗੇ ਸੀਗੇ। ਪਰ ਮੈਂ ਬਾਈ ਜੀ ਤੁਹਾਨੂੰ ਵੀ ਪਤਾ, ਉਹ ਕਿਸੇ ਨੂੰ ਪਾਣੀ ਪਿਲਾ ਕੇ ਰਾਜੀ ਨਹੀਂ ਸੀ। ਮੈਂ ਐਵੇਂ ਇੰਦਰੀ ਤੋਂ ਉਹ ਬਚਨ ਸੁਣਾਉਣਾ ਜਿਵੇਂ ਜਿਵੇਂ ਗੱਲ ਹੋਈ। ਮਹਾਰਾਜ ਖੜੇ ਸੀ ਮਹਾਰਾਜ ਜੀ। ਤੇ ਮੈਂ ਬਾਈ ਜੀ ਦਾ ਮਹਾਰਾਜ ਆਪ ਜੀ ਨੂੰ ਪਤਾ ਵੀ ਬਾਈ ਜੀ ਕਿਸੇ ਨੂੰ ਪਾਣੀ ਨਹੀਂ ਸੀ ਪੁੱਛ ਕੇ ਰਾਜੀ, ਚਾਹੇ ਬੰਦਾ ਮਰਿਆ ਹੋਵੇ, ਬਿਮਾਰ ਪਿਆ ਹੋਵੇ, ਆਪ ਜੀ ਵੀ ਪਤਾ। ਕਹਿੰਦੇ ਹਾਂ। ਤੇ ਹੁਣ ਜਦੋਂ ਆਪ ਜੀ ਕਹਿੰਦੇ ਜੇ ਕਿਸੇ ਦੀ ਕੋਈ ਸੇਵਾ ਕਰੂ, ਉਹਦੀ ਉਹ ਸੇਵਾ ਕਰੂ। ਹੁਣ ਜੋ ਬਾਈ ਜੀ ਨੇ ਕਿਸੇ ਨੂੰ ਪਾਣੀ ਨਹੀਂ ਪਿਲਾਇਆ, ਤਾਂ ਬਾਈ ਜੀ ਦੀ ਸੇਵਾ ਹੁਣ ਕੋਈ ਕੀ ਕਰੇ? ਤੁਹਾਡੇ 'ਚ ਉਹਦਾ ਜ਼ਮੀਨ ਸਮਾਨ ਦਾ ਫਰਕ ਹੈ। ਤੇ ਫਿਰ ਜਦੋਂ ਮਹਾਰਾਜ ਕੋਈ ਸੇਵਾ ਨਹੀਂ ਕਰੇ, ਉਹਦੀ ਜ਼ਮੀਨ ਸੀਗੀ, ਤਾਂ ਉਹਨਾਂ ਨੇ ਦੇਖਿਆ ਵੀ ਇਹਦੀ ਅਸੀਂ ਚਲੋ ਸੇਵਾ ਕਰਦੇ, ਸਾਨੂੰ ਜ਼ਮੀਨ ਮਿਲ ਗਈ। ਉਹਨਾਂ ਨੇ ਮਹਾਰਾਜ ਲਾਲਚ ਨਾ ਕੀਤੀ ਨਾ,
ਸੇਵਾ ਕੀਤੀ ਉਹਨਾਂ ਨੇ ਕੀਤੀ ਲਾਲਚ ਨੂੰ। ਕਹਿੰਦੇ ਮੈਂ ਵੀ ਤਾਂ ਤੈਨੂੰ ਆਹੀ ਕਹਿਣਾ, ਇਹ ਸੇਵਾ ਨਹੀਂ ਕਿਸੇ ਦੀ ਕਰਨੀ ਮੇਰੀ, ਮੈਨੂੰ ਹੁਣ ਤੂੰ ਐ ਕਰ, ਮੈਨੂੰ ਪਿੰਡ ਛੱਡਿਆ ਤਾਂ ਉਹ ਵੀ ਮੇਰੇ ਲਾਲਚ ਨਾਲ ਹੀ ਕਰਨਗੇ। ਮੈਨੂੰ ਕਹਿੰਦੇ ਬੈਂਕ 'ਚ ਕਿੰਨੇ ਪੈਸੇ ਆ, ਮੈਂ ਮਾਰਾ 5 ਲੱਖ ਹੋਣਾ ਮੈਨੂੰ ਲੱਗਦਾ ਹੈ। ਤੇ ਕਹਿੰਦੇ ਐਂ ਕਰੀ, ਅੱਜ ਕੱਲ੍ਹ ਨੂੰ ਦਿਨ ਚੜੂ ਨਾ, ਤੂੰ 5 ਲੱਖ ਕਢਾ ਲਿਆਈ। ਮੈਂ ਕੀ ਕਰਨਾ ਮਾਰਾ? ਤੇ ਕਹਿੰਦੇ ਭਾਈ ਤੇ ਕੱਲ ਨੂੰ ਕਢਾ ਕੇ ਇੱਕ ਟੈਚੀ 'ਚ ਮੇਰੇ ਕੱਪੜੇ ਪਾ ਦੀ, ਹੈ ਨਾ, ਤੇ ਮੈਨੂੰ ਪਰਸੋਂ ਨੂੰ ਤੂੰ ਲੈ ਕੇ ਗੱਡੀ 'ਚ ਨਾਲੇ ਮੇਰੇ ਕੱਪੜੇ ਤਾਂ ਮੈਨੂੰ 5 ਲੱਖ ਦੇ ਦੀ, ਤਾਂ ਮੈਨੂੰ ਪਿੰਡ ਛੱਡਿਆ। ਮੈਂ ਮਾਰਾ ਉਹ ਕਾਹਤੇ? ਕਹਿੰਦੇ ਭਾਈ ਬਾਈ ਜੀ ਦੀ ਵੀ ਲਾਲਚ ਨਾਲ ਸੇਵਾ ਕੀਤੀ, ਉਹ ਪਿੰਡ ਵਾਲਿਆਂ ਨੂੰ ਮੈਂ ਪੈਸੇ ਦਊਂਗਾ, ਉਹ ਤਾਂ ਹੀ ਸੇਵਾ ਕਰਨਗੇ ਲਾਲਚ ਨਾਲ। ਇੰਨੇ ਤਾਂ ਮਹਾਰਾਜ ਸੁਣਦੇ ਆ, ਮੇਰੇ ਕੋਲ ਬੈਠੇ ਹੈ ਨਾ। ਮੈਂ ਪਤਾ ਕੀ ਕਿਹਾ, ਮੈਂ ਮਹਾਰਾਜ ਜੀ ਮੈਂ ਪਿੰਡ ਵਾਲਿਆਂ ਨੂੰ ਪੈਸੇ ਦੇਣ ਨਹੀਂ ਦੇਣਾ। ਮੈਂ ਵੀ ਕਿ ਕਹਿੰਦੇ ਕਿਉਂ, ਤੇਰੇ ਆ? ਮੈਂ ਨਹੀਂ, ਤੁਹਾਡੇ ਆ। ਫਿਰ ਕਹਿੰਦੇ ਜੋ ਮੈਂ ਮਰਜ਼ੀ ਕਰਾਂ। ਮੈਂ ਮਰਜ਼ੀ ਕਰ ਸਕਦੇ ਜੋ ਮਰਜ਼ੀ, ਪਰ ਪਿੰਡ ਵਾਲਿਆਂ ਨੂੰ ਮੈਂ ਪੈਸੇ ਦੇਣ ਨਹੀਂ ਦੇਣੇ। ਕਹਿੰਦੇ ਕੀ ਗੱਲ? ਮੈਂ ਕਿਹਾ ਆਪ ਜੀ ਦਾ ਬਚਨ ਹੈ, ਜਿਹੜਾ ਸੰਗਤ ਦੀ ਮਾਇਆ, ਇੱਕ ਇੱਕ ਪੈਸਾ ਵੀ ਹੈ ਨਾ, ਜਿਹੜਾ ਖਾਊਗਾ ਉਹ ਗਲ ਜੂ। ਮੈਂ ਕਿਹਾ ਉਹਨਾਂ ਨੂੰ ਗਲਣੇ ਚਾਹੁੰਦੇ, ਤੇ ਮੈਂ ਇੰਨੇ ਪੈਸੇ ਕੀ ਕਰੂੰਗਾ? ਮੈਂ ਆਹ ਅਰਬਾਂ ਕਰੋੜਾਂ ਰੁਪਈਆ ਇਹਦੇ ਲੱਗਿਆ, ਇਹ 5 ਲੱਖ ਹੀ ਆ। ਇਹ ਮਹਾਰਾਜ ਜੀ ਸੰਗਤ ਦੀ ਜਿਹੜੀ ਮਾਇਆ ਇਹ ਇੱਥੇ ਹੀ ਲੱਗੂਗੀ, ਇਹ ਅਸੀਂ ਕਿਸੇ ਨੂੰ ਦੇ। ਕਹਿੰਦੇ ਅੱਛਾ। ਮੈਂ ਕਿਹਾ ਹਾਂਜੀ ਚੰਗਾ, ਫਿਰ ਤੂੰ ਫਿਰ ਮੈਨੂੰ ਉੱਥੇ ਛੱਡ ਆਈ। ਮੈਂ ਮਹਾਰਾਜ ਜੀ ਦੇਖੋ ਤੁਹਾਡੇ ਆਪਣਾ ਵਿਚਾਰ ਹੈ, ਤੇ ਉਹ ਕਹਿੰਦੀ ਮੇਰੀ ਸੇਵਾ ਕਰਨਗੇ। ਮੈਨੂੰ ਕਹਿੰਦੇ ਤੂੰ ਐ ਕਰੀ, ਤੂੰ ਮੈਨੂੰ ਛੱਡ ਕੇ ਮੁੜਿਆ ਆਈ, ਤੂੰ ਆ ਜਿਹੜਾ ਮੇਰਾ ਕਮਰਾ ਇੱਥੇ ਰਹਿ ਪਈ। ਮੈਂ ਕਿਹਾ ਦੇਖੋ ਮੈਨੂੰ ਪਰਖਦੇ ਆ। ਮੈਂ ਕਿਹਾ ਮਨਾ ਤੈਨੂੰ ਪਰਖਦੇ ਆ। ਮੈਂ ਮਹਾਰਾਜ ਮੈਂ ਇਸ ਕਮਰੇ ਨੂੰ ਕੀ ਕਰਨਾ, ਮੈਂ ਇੱਥੇ ਰਹਿ ਕੇ ਕੀ ਕਰਨਾ? ਮੈਂ ਤਾਂ ਤੁਹਾਡੀ ਸੇਵਾ ਕਰਨ ਆਇਆ। ਜੇ ਤੁਹਾਡਾ ਪਿੰਡ ਜਾਣ ਦਾ ਫੁਰਨਾ, ਚਲੋ ਮੈਂ ਤੁਸੀਂ ਨਾਲ ਜਾਵਾਂਗੇ, ਸੇਵਾ ਕਰਾਂਗੇ, ਉਹ ਵੀ ਕਰ ਲੈਣਗੇ, ਰਲ ਕੇ ਸਾਰੇ ਸੇਵਾ ਕਰ ਲੈ। ਮੈਂ ਪਰ ਇੱਥੇ ਮੈਂ ਇੱਥੇ ਇੰਨੇ ਰਹਿੰਦੇ ਆ, 400-500 ਸਿੰਘ ਰਹਿੰਦਾ, ਬਾਬਾ ਜੀ ਸਾਰੇ ਰਲ ਕੇ ਕਰਾਂਗੇ। ਨਹੀਂ ਕਹਿੰਦੇ ਮੈਨੂੰ ਨਹੀਂ ਕਹਿੰਦੇ ਤੇ ਯਕੀਨ ਹੈ, ਬਚਨ ਉਹਨਾਂ ਦੇ ਐਵੇਂ ਆ। ਜਦੋਂ ਕੋਈ ਸੁਣਦਾ ਨਾ ਭਾਵੇਂ ਬੁਰਾ ਲੱਗਦਾ ਅਗਲੇ ਨੂੰ, ਜੇ ਮੈਂ ਉਹਨੂੰ ਪੁੱਛ ਕੇ ਦੇਖ ਲੈ, ਸੁਣ ਕੇ ਦੇਖ ਲੈ, ਤਾਂ ਮੈਂ ਮਹਾਰਾਜ ਆਹ ਸਾਰੇ 500 ਸਿੰਘ ਆ, ਤੁਹਾਡੇ ਹੀ ਸੇਵਕ ਨੇ, ਸਾਰੇ ਰਲ ਕੇ ਕਰਾਂਗੇ। ਕਹਿੰਦੇ ਕਿੱਡਾ ਵੀ ਮਹਾਂਪੁਰਸ਼ ਹੋਵੇ ਨਾ, ਬਾਅਦ 'ਚ ਬਿਰਧੀ ਦੇ ਵਾਸਤਾ ਦੀ ਕੋਈ ਸੇਵਾ ਨਹੀਂ ਕਰਦਾ। ਇਹ ਬਚਨ ਨੇ। ਮੈਨੂੰ ਕਿਸੇ ਤੇ ਯਕੀਨ ਨਹੀਂ, ਮੈਨੂੰ ਕਹਿੰਦੇ ਤੇਰੇ ਤੇ ਯਕੀਨ ਆ। ਫਿਰ ਜਦੋਂ ਮੈਂ ਕਿਹਾ ਤੂੰ ਚੱਲਣਾ, ਚਲੋ ਪਿੰਡ ਅਸੀਂ ਚੱਲਾਂਗੇ ਨਾਲ, ਉਹ ਵੀ ਸੇਵਾ ਕਰ ਲੈਣਗੇ, ਅਸੀਂ ਵੀ ਕਰ ਲਾਂਗੇ। ਫਿਰ ਕਹਿਣ ਲੱਗੇ ਨਹੀਂ ਤੂੰ ਸੇਵਾ ਕਰ। ਫਿਰ ਮਹਾਰਾਜ ਨੇ ਇਹ ਬਚਨ ਕੀਤਾ, ਕਹਿੰਦੇ ਦੇਖ ਮੈਨੂੰ ਤੇਰੇ ਤੇ ਯਕੀਨ ਆ, ਜੇ ਤਾਂ ਤੂੰ ਮੇਰੀ ਸੇਵਾ ਕਰੇਗਾ ਤਾਂ ਮੈਂ ਸਰੀਰ ਰੱਖਦਾ। ਇਹ ਬਚਨ ਹੈ ਕੀਤੀ। ਨਹੀਂ ਕਹਿੰਦੇ ਜਿਹਦੇ ਭੱਠੀ ਦੇ ਦਾਣੇ ਭੁੱਜ ਜਾਣ, ਕਹਿੰਦੇ ਉਹਨੂੰ ਇੱਥੇ ਬੈਠਣ ਦੀ ਕੀ ਲੋੜ ਆ, ਭੱਠੀ ਤੇ ਬੈਠਣ ਦੀ ਕੀ ਲੋੜ ਆ, ਆਪਣਾ ਘਰ ਜਾਵੇ। ਕਹਿੰਦੇ ਵੀ ਜੇ ਤੂੰ ਨਹੀਂ ਸੇਵਾ ਕਰਨੀ ਮੇਰੀ, ਕਹਿੰਦੇ ਮੇਰਾ 1 ਸਕਿੰਟ ਦਾ ਕੰਮ ਆ, ਮੈਂ ਹੁਣ ਸਰੀਰ ਛੱਡ ਦੇਣਾ। ਮੈਂ ਕਿਹਾ ਮਨਾ, ਤੇਰੇ ਤੇ ਪਰਚਾ ਪੈ ਗਿਆ। ਜੇ ਹੁਣ ਤੂੰ ਪਰ ਨਹੀਂ ਕਰਦਾ ਤਾਂ ਸਾਰਾ ਗਲਤੀ ਤੇਰੇ ਹੀ। ਤੂੰ ਇੰਨੀ ਦੇਰ ਹੋ ਗਈ ਤੈਨੂੰ ਸੇਵਾ ਕਰਦੇ, ਤੇਰੇ ਇਮਤਿਹਾਨ ਆਏ। ਮੈਂ ਮਨ 'ਚ ਵਿਚਾਰ ਕੀਤੀ ਸੀ। ਮੈਂ ਕਿਹਾ ਹੁਣ ਤਾਂ ਕੰਮ ਤੇਰੇ ਤੇ ਸਾਰੀ, ਵੀ ਜੇ ਨਹੀਂ ਹੁਣ ਪਾਲਣ ਕਰਦਾ ਤਾਂ ਉਹਨਾਂ ਨੇ ਸਰੀਰ ਛੱਡ ਦੇਣਗੇ। 1 ਸਕਿੰਟ 'ਚ ਸਰੀਰ ਛੱਡ ਦੇਣਾ ਉਹਨਾਂ ਨੂੰ ਕਰੋ। ਦੁਨੀਆ ਵਾਲਾ ਕੰਮ ਥੋੜ੍ਹਾ। ਬਚਨ ਉਹ ਤਾਂ ਮਹਾਰਾਜ ਜਿਹੜੇ ਬਚਨ ਸੀ ਜਿਹੜੇ ਕੀਤੇ ਆ, ਉਹਨਾਂ ਨੇ ਕਦੇ ਇਹੋ ਜਿਹਾ ਕੀਤਾ ਹੀ ਨਹੀਂ ਕਦੇ। ਉਹ ਕਹਿੰਦੇ ਅਸੀਂ ਤਾਂ 1 ਸਕਿੰਟ 'ਚ ਹੀ ਛੱਡ ਕੇ ਚਲੇ ਜਾਵਾਂਗੇ, ਜੇ ਤੂੰ ਸੇਵਾ ਕਰੇਗਾ ਫਿਰ ਅਸੀਂ ਸਰੀਰ ਨੂੰ। ਪਰ ਕਹਿੰਦੇ ਮੇਰਾ ਸਰੀਰ ਜਿਹੜਾ ਨਾ ਦਿਨੋਂ ਦਿਨ ਹੁਣ ਕਮਜ਼ੋਰ ਹੁੰਦਾ ਜਾਣਾ ਅਵਸਥਾ ਦੇ ਹਿਸਾਬ ਨਾਲ। ਮੈਂ ਮਹਾਰਾਜ ਸਾਰੇ ਰਲ ਕੇ ਕਰਾਂਗੇ। ਕਹਿੰਦੇ ਗੱਲ ਸੁਣ ਲੈ, ਕਹਿੰਦੇ ਤੇਰੇ ਨਾਲ ਦੇ ਵੀ ਛੱਡ ਜਾਣਗੇ, ਸੇਵਾ ਬਹੁਤ ਔਖੀ ਆ। ਕਹਿੰਦੇ ਤੇਰੇ ਨਾਲ ਦੇ ਵੀ ਛੱਡ ਜਾਣਗੇ। ਮੈਂ ਮਹਾਰਾਜ ਇਹ ਕਿਵੇਂ ਹੋ ਜੂ, ਮੇਰੇ ਨਾਲ ਦੇ ਕਿਵੇਂ ਛੱਡ ਜਾਣਗੇ? ਕਹਿੰਦੇ ਤੈਨੂੰ ਨਹੀਂ ਪਤਾ, ਕਹਿੰਦਾ ਮੈਨੂੰ ਪਤਾ, ਦੇਖ ਲਈ, ਕਹਿੰਦੇ ਨਾਲੇ ਤੇਰੇ ਸਾਹਮਣੇ ਹੋਣੀਆਂ, ਹੈ ਕਿ ਨਹੀਂ। ਫਿਰ ਮਹਾਰਾਜ ਕਹਿਣ ਲੱਗੇ, ਤਾਂ ਫਿਰ ਮੈਂ ਸੋਚਿਆ, ਮੈਂ ਕਿਹਾ ਮਨਾ ਇਹ ਵੀ ਬਹੁਤ ਬੜਾ ਕੰਮ। ਮਹਾਰਾਜ ਜੀ ਕਹਿੰਦੇ ਪਰਨ ਕਰਨ ਨੂੰ ਕਹਿੰਦੇ ਨਹੀਂ ਸੀ ਹੁੰਦੇ, ਪਰਨ ਕਹਿੰਦੇ ਕਦੇ ਨਹੀਂ ਕਰਨਾ ਚਾਹੀਦਾ। ਅੱਜ ਮਨਾ ਤੇਰੇ ਤੋਂ ਪਰਨ ਕਰਾ ਲਿਆ। ਫਿਰ ਮੈਂ ਸੋਚਿਆ, ਮੈਂ ਕਿਹਾ ਮਨ ਨਾਲ, ਮੈਂ ਕਿਹਾ ਮਹਾਰਾਜ ਜੀ, ਮੈਂ ਫਿਰ ਇੱਕ ਮੇਰੀ ਬੇਨਤੀ ਆ। ਕਹਿੰਦੇ ਦੱਸ।
ਮੈਂ ਕਿਹਾ ਮਹਾਰਾਜ ਜੀ ਜੇ ਮੇਰੇ ਤੋਂ ਪੰਨ ਕਰਾਉਣਾ ਨਾ, ਮੈਂ ਸੇਵਾ ਕਰਨੀ ਆ, ਮੈਂ ਕਦੇ ਨਹੀਂ ਘਬਰਾਉਂਦਾ, ਮੈਂ ਡਟ ਕੇ ਕਰੂੰ ਸੇਵਾ। ਮੈਂ ਜੀਵਨ ਹੀ, ਮੇਰਾ ਜੀਵਨ ਜੋ ਆ ਨਾ ਤੁਹਾਡੇ ਵਾਸਤੇ ਆ, ਸੇਵਾ ਕਰਨ ਵਾਸਤੇ। ਮੈਨੂੰ ਇੱਥੇ ਹੋਰ ਕੋਈ ਚੀਜ਼ ਦੀ ਲੋੜ ਨਹੀਂ ਹੈਗੀ, ਕਿਸੇ ਚੀਜ਼ ਦੀ ਲੋੜ ਨਹੀਂ। ਤੁਹਾਨੂੰ ਵੀ ਪਤਾ ਮੇਰੇ ਮਨ ਦਾ। ਮੈਂ ਮੇਰੇ ਤੇ ਕਿਰਪਾ ਕਰੋ। ਕਹਿੰਦੇ ਕੀ? ਮੈਂ ਮਹਾਰਾਜ ਮੇਰੇ ਤੋਂ ਕਿਰਪਾ ਕਰੋ, ਸੇਵਾ ਕਰਦਿਆਂ ਜਿੰਨੀ ਦੇਰ ਮੇਰੀ ਸੇਵਾ ਨਹੀਂ ਨਿਭਦੀ ਮੇਰਾ ਮਨ ਨਾ ਡੋਲੇ। ਗੱਲ ਤਾਂ ਹਰੀ ਮਨ ਦੀ। ਲੈ ਕਹਿੰਦੇ ਤੂੰ ਇੰਨੀ ਦੇਰ ਹੋ ਗਈ ਤੈਨੂੰ ਸੇਵਾ ਕਰਦੇ ਨੂੰ, ਤੇਰਾ ਫਰਜ਼ ਨਹੀਂ ਬਣਦਾ? ਮੈਂ ਕਿਹੜਾ ਕਹਿੰਦਾ ਮੈਂ ਨਹੀਂ ਕਰਨੀ, ਮੇਰਾ ਫਰਜ਼ ਹੈ। ਪਰ ਜੇ ਪੰਨ ਤੁਸੀਂ ਕਰਨ ਨੂੰ ਕਹਿੰਦੇ ਹੋ ਨਾ, ਮੈਂ ਕਰਨੀ ਆ, ਤੇ ਫਿਰ ਨਹੀਂ ਤੇਰਾ ਫਰਜ਼ ਬਣਦਾ, ਤੂੰ ਪੰਨ ਕਰ। ਫਿਰ ਮੈਂ ਮਨਾਂ ਸੋਚਿਆ, ਮਨਾ ਇਹ ਵਚਨ ਲੈਣਾ ਪੈਣਾ ਤੈਨੂੰ, ਫਿਰ ਤੇਰੀ ਗੱਲ ਬਣਦੀ। ਬਸ ਫਿਰ ਮੈਂ ਫਿਰ ਦੁਬਾਰਾ ਫਿਰ ਕਿਤੇ ਕੁਛ ਕਹਿਣ, ਕਦੇ ਕੁਛ ਕਹਿਣ, ਨਹੀਂ ਤੈਨੂੰ ਇੰਨੀ ਦੇਰ ਹੋ ਗਈ ਸੇਵਾ ਕਰਦੇ ਨੇ, ਤੇਰਾ ਫਰਜ਼ ਬਣਦਾ। ਮੈਂ ਕਿਹਾ ਮਹਾਰਾਜ ਜੀ ਮੈਂ ਕਰਨੀ ਆ ਸੇਵਾ, ਮੈਂ ਕਿਹੜਾ ਕਦੇ ਨਹੀਂ ਕਰਨੀ, ਮੈਂ ਕਰਨੀ ਆ। ਮੈਂ ਮੇਰੇ ਤਾਂ ਕਰਮ ਹੀ ਚੰਗੇ ਨੇ। ਤੀਜੀ ਵਾਰ ਜਾਂ ਚੌਥੀ ਵਾਰ ਫਿਰ ਜਦੋਂ ਇਹ ਫੇਰ ਗਿਆ, ਫਿਰ ਮੈਂ ਹੋਰ ਇੱਕ ਲੱਗਾ, ਮੈਂ ਮਹਾਰਾਜ ਜੀ ਗੱਲ ਬਚਨ ਸੁਣੋ, ਮੈਂ ਸੇਵਕ ਕੋ ਸੇਵਾ ਬਣੇ ਆਈ, ਮੇਰਾ ਤਾਂ ਫਰਜ਼ ਸੇਵਾ ਕਰਨ ਦਾ। ਮੈਂ ਕਿਹਾ ਤੁਹਾਡਾ ਹੀ ਫਰਜ਼ ਹੈ। ਕਹਿੰਦੇ ਮੇਰਾ ਕੀ ਫਰਜ਼ ਹੈ? ਕਿਰਪਾ ਕਰ, ਤੁਸੀਂ ਕਿਰਪਾ ਕਰੋਗੇ ਮੇਰੀ ਸੇਵਾ ਤਾਂ ਨਹੀਂ ਬਣੀ ਆ। ਮੈਂ ਪੁੱਤ ਨੇ ਨਾ, ਬੱਚੇ ਮਾਤਾ ਪਿਤਾ ਜਿਹੜੇ ਆ, ਮਾਤਾ ਪਿਤਾ ਨੇ ਬੱਚੇ ਨੂੰ ਸੰਭਾਲਣਾ, ਪਾਲਦੇ ਉਹ ਨੇ। ਬੱਚੇ ਦਾ ਫਰਜ਼ ਆ ਹੁਕਮ ਮੰਨਣਾ ਪਿਤਾ ਦਾ। ਮੇਰਾ ਫਰਜ਼ ਆ ਮਹਾਰਾਜ ਆਪ ਜੀ ਦਾ ਹੁਕਮ ਮੰਨਣਾ। ਮੈਂ ਤੁਹਾਡਾ ਵੀ ਫਰਜ਼ ਆ, ਤੁਸੀਂ ਮੇਰੇ ਪਿਤਾ ਹੋ। ਇੱਕ ਫਰਜ਼ ਤੁਹਾਡਾ ਵੀ ਆ, ਮੇਰੇ ਮਨ ਨੂੰ ਕੰਟਰੋਲ ਕਰਨਾ, ਮੈਨੂੰ ਸੰਭਾਲਣਾ ਤੁਹਾਡਾ ਫਰਜ਼ ਆ। ਇਹ ਤੁਹਾਡਾ ਫਰਜ਼ ਆ ਮਹਾਰਾਜ ਜੀ। ਜਦੋਂ ਮੈਂ ਇੰਦਰੀ ਐਂ ਕਿਹਾ ਨਾ, ਐਂ ਹੋ ਗਏ, ਫਿਰ ਸੋਚਾਂ 'ਚ ਪੈ ਗਏ। ਸੋਚ ਕੇ ਕਹਿੰਦੇ ਅੱਛਾ। ਮੈਂ ਕਿਹਾ ਹਾਂ ਮਹਾਰਾਜ ਤੁਹਾਡਾ ਫਰਜ਼ ਬਣਦਾ। ਹਰ ਇੱਕ ਦਾ ਕੋਈ ਨਾ ਕੋਈ ਫਰਜ਼ ਹੁੰਦਾ। ਮੈਂ ਸੇਵਾ ਕਰਨੀ ਆ, ਮੈਂ ਕਦੇ ਨਹੀਂ ਪਿੱਛੇ ਹਟੂਗਾ। ਪਰ ਇਹ ਤੁਹਾਡਾ ਫਰਜ਼ ਆ ਮੇਰੇ ਮਨ ਨੂੰ, ਮੇਰੇ ਮਨ ਤੇ ਕੰਟਰੋਲ ਰੱਖਣਾ, ਮੇਰਾ ਮਨ ਡੋਲੇ ਨਾ ਕਦੇ ਵੀ ਸੇਵਾ ਕਰਦੇ। ਅੱਛਾ ਫਿਰ ਮੈਂ ਸੋਚੀ, ਮਹਾਰਾਜ ਕਹਿੰਦੇ ਚੰਗਾ। ਵੀ ਖੜੇ ਸੀ ਇੰਦਰੀ ਤੇ ਕਹਿੰਦੇ ਉਰੇ ਹੋ। ਫਿਰ ਮੈਂ ਦੋਨੇ ਸਿਰ ਤੇ ਹੱਥ ਧਰ ਕੇ ਨਾ, ਫਿਰ ਕੋਲੇ ਸੀ, ਸਿਰ ਤੇ ਹੱਥ ਧਰ ਕੇ, ਜਾਂ ਸਾਡੀ ਤੇਰੇ ਤੇ ਕਿਰਪਾ, ਜਦੋਂ ਤੇਰਾ ਮਨ ਨਹੀਂ ਡੋਲੀ, ਇਹ ਬਚਨ ਹੈ। ਅੱਛਾ ਹੁਣ ਠੀਕ ਹੈ? ਮੈਂ ਕਿਹਾ ਹਾਂਜੀ। ਫਿਰ ਤੂੰ ਪੰਨ ਕਰ। ਮੈਂ ਮਹਾਰਾਜ ਮੈਂ ਪੰਨ ਕਰਦਾ, ਮੈਂ ਆਪਣੇ ਮਨ ਨਾਲ ਨਹੀਂ, ਮੈਂ ਤੁਹਾਡੀ ਕਿਰਪਾ ਨਾਲ ਪੰਨ ਕਰਦਾ, ਤੁਹਾਡੀ ਕਿਰਪਾ ਦੇ ਨਾਲ ਮੈਂ ਸੇਵਾ ਕਰੂੰਗਾ। ਕਹਿੰਦੇ ਫਿਰ ਠੀਕ ਆ? ਮੈਂ ਕਿਹਾ ਹਾਂਜੀ। ਤੇ ਫਿਰ ਹੁਣ ਪਿੰਡ ਨਾ ਜਾਈਏ, ਤੁਹਾਡੀ ਮਰਜ਼ੀ ਹੈ, ਇਹ ਤੁਹਾਡੀ ਮਰਜ਼ੀ ਆ। ਮੈਨੂੰ ਕੀ, ਅਸੀਂ ਤਾਂ ਸੇਵਾ ਕਰ ਰਹੇ, ਕਿਤੇ ਮਰਜ਼ੀ ਕਰਾ ਲਓ। ਕਹਿੰਦੇ ਇੱਕ ਹੋਰ, ਕਹਿੰਦੇ ਇੱਕ ਤੇਰੇ ਨਾਲ ਬੰਦਾ ਹੋਰ ਚਾਹੀਦਾ ਸੇਵਾ ਦਾ। ਜਰਨੈਲ ਖੜਾ ਸੀ। ਮੈਂ ਜਰਨੈਲ ਮਹਾਰਾਜ ਇਹ ਹੈਗਾ ਮੇਰੇ ਕੋਲ, ਅਸੀਂ ਰਲ ਕੇ ਕਰਾਂਗੇ। ਠੀਕ ਹੈ ਚੱਲੀਏ ਗੁਰਦੁਆਰੇ? ਮੈਂ ਕਿਹਾ ਹਾਂਜੀ। ਗੁਰਦੁਆਰੇ ਚਲੇ ਗਏ। ਮੁੜ ਕੇ ਆ ਕੇ ਮਹਾਰਾਜ ਦੁੱਧ ਛਕਦੇ ਹੁੰਦੇ ਸੀਗੇ। ਮਹਾਰਾਜ ਜੀ ਪਲਕ ਤੇ ਅਸੀਂ ਬੈਠੇ ਆ, ਮੈਂ ਇੱਧਰ ਬੈਠਾ ਸੀ, ਦੇਵ ਦੁੱਧ ਛਕਾਉਂਦਾ ਸੀ। ਮਹਾਰਾਜ ਦੁੱਧ ਪੀਂਦੇ ਮੈਨੂੰ ਕਹਿੰਦੇ ਤੈਨੂੰ ਪਤਾ ਤੈਨੂੰ ਕਿਉਂ ਕਹਿੰਦੇ ਸੀ ਵੀ ਸਾਨੂੰ ਪਿੰਡ ਲੈ ਕੇ ਚੱਲਣਾ? ਮੈਂ ਕਿਹਾ ਤੈਨੂੰ ਪਰਖਦੇ ਸੀਗੇ, ਐਂ ਬਚਨ ਕੀਤਾ। ਕਹਿੰਦੇ ਤੈਨੂੰ ਦੇਖਦੇ ਸੀ ਵੀ ਤੂੰ ਕਹਿਣਾ ਕਿ ਨਹੀਂ ਵੀ ਮੈਂ ਤੁਹਾਨੂੰ ਛੱਡਿਆ ਨਾ, ਵੀ ਮੈਂ ਇੱਥੇ ਰਹਿ ਪਾਉਣਾ। ਮਹਾਰਾਜ ਜੀ ਮੇਰੇ ਵਾਸਤੇ ਤਾਂ ਕੁਛ ਵੀ ਨਹੀਂ, ਮੇਰਾ ਇੱਥੇ ਕੀ ਹੈ, ਮੇਰੇ ਤਾਂ ਤੁਹਾਡੇ ਤੁਸੀਂ ਹੋ ਜੋ ਕੁਛ ਹੋ। ਤੈਨੂੰ ਪਰਖਦੇ ਸੀਗੇ। ਜਦੋਂ ਫਿਰ ਪੰਨ ਕੀਤਾ ਨਾ, ਫਿਰ ਮਹਾਰਾਜ ਜੀ ਨੇ ਮੈਨੂੰ ਫਿਰ ਦੋ ਵਚਨ ਕਹਿੰਦੇ, ਭਾਈ ਗੱਲ ਸੁਣ ਲੈ, ਦੋ ਤਿੰਨ ਗੱਲਾਂ। ਮੈਂ ਦੱਸੋ ਮਹਾਰਾਜ? ਕਹਿੰਦੇ ਦੁਨੀਆ ਤੈਨੂੰ ਚੰਗਾ ਕਹੇ ਮਾੜਾ ਕਹੇ, ਤੇਰੀ ਜੋ ਮਰਜ਼ੀ ਨਿੰਦਿਆ ਕਰੀ ਜਾਂ ਕੁਛ ਵੀ ਕਰੇ, ਤਾਂ ਉਧਰ ਨੂੰ ਜਾਣਾ ਹੀ। ਦੂਜੀ ਗੱਲ, ਤੈਨੂੰ ਕੁੱਟੀਏ ਮਾਰੀਏ ਗਾਲਾਂ ਕੱਢੀਏ, ਅਸੀਂ ਜੋ ਮਰਜ਼ੀ ਕਰੀਏ, ਤੈਂ ਕਦੇ ਕਿੰਤੂ ਨਹੀਂ ਕਰਨਾ। ਮਹਾਰਾਜ ਕਹਿੰਦੇ ਤੀਜੀ ਗੱਲ, ਕਹਿੰਦੇ ਕਸੌਟੀਆਂ ਲਾ ਕੇ ਵੀ ਦੇਖਾਂਗੇ। ਇਹ ਬਚਨ ਨੇ, ਕਹਿੰਦੇ ਕਸੌਟੀਆਂ ਲਾ ਕੇ ਵੀ ਦੇਖਿਆ ਮਹਾਰਾਜ। ਮੈਂ ਕਸੌਟੀ ਝੱਲਣੀ ਬਹੁਤ ਔਖੀ, ਮੈਂ ਤਾਂ ਸੇਵਾ ਕਰਨੀ ਹੈ। ਤੇ ਫਿਰ ਕਹਿੰਦੇ ਭਾਈ ਮਾੜਾ ਮੋਟਾ ਤਾਂ ਹਲੂਣਾ ਦੇਣਾ ਹੀ ਪੈਂਦਾ। ਐ ਮਹਾਰਾਜ ਬਚਨ ਕੀਤੇ, ਕਹਿੰਦੇ ਮਾੜਾ ਮੋਟਾ ਤਾਂ ਹਲੂਣਾ ਦੇਣਾ ਹੀ ਪੈਂਦਾ ਹੈ ਕਿ ਨਹੀਂ। ਫਿਰ ਮੈਂ ਸੋਚਿਆ ਮਨਾ ਤੂੰ ਕਾਹਦੇ ਡਰਦਾ? ਜਦ ਉਹਨਾਂ ਨੇ ਕਹਤੇ ਵੀ ਤੇਰਾ ਮਨ ਨਹੀਂ ਡੋਲੂ, ਸਾਡੇ ਤੇ ਕਿਰਪਾ,
ਇਹ ਤੇਰੇ ਉਹਨੇ ਪਰਖਣਾ ਵੀ ਹੈ ਤੈਨੂੰ, ਜਦੋਂ ਕਿਹਾ ਵੀ ਪਰਖ ਕੇ ਦੇਖਾਂਗੇ, ਹੈ ਨਾ। ਇੰਦਰੀਤ ਲਾ ਕੇ 83 ਤੋਂ 87 ਤੱਕ ਇੰਨੀ ਪ੍ਰੀਖਿਆ ਹੋਈ ਹੈ, ਇੰਨਾ ਇਮਤਿਹਾਨ ਹੈ, ਮੈਨੂੰ ਨਹੀਂ ਸੌਣ ਦਾ ਪਤਾ। ਨਾ ਜਿਹਨੇ ਮੇਰੇ ਤੇ ਬੜਾ ਕਿੰਤੂ ਕੀਤਾ ਨਾ, ਮਾਰੇ ਇਹਨੂੰ ਕਿਉਂ ਕੁੱਟਦੇ ਆ, ਮਾਰਦੇ ਆ, ਹੈ ਨਾ, ਉਹ ਜਦੋਂ ਫੜ ਲੈਂਦੇ ਸੀ, ਦੂਜੇ ਦਿਨ ਫੜਿਆ ਹੁੰਦਾ ਸੀ। ਹਾਂ 3 ਦਿਨ ਪਹਿਲਾਂ ਮਹਾਰਾਜ ਉੱਥੇ ਖੜੇ, ਮਹਾਰਾਜ ਗਲਾ ਵੀ ਸਾਰਾ ਕਮਜ਼ੋਰ ਹੋ ਗਿਆ, ਸਰੀਰ ਵੀ ਕਮਜ਼ੋਰ ਹੋ ਗਿਆ। ਖੜੇ ਖੜੇ ਆਏ ਉੱਪਰ ਨੂੰ ਝਾਕ ਕੇ ਕਹਿੰਦੇ ਨਾ, ਕਹਿੰਦੇ ਉਹ ਸੰਤ, ਉਹ ਸੰਤ ਮਹਾਰਾਜ ਜੀ ਨੇ? ਕਹਿੰਦੇ ਹਾਂ। ਕਹਿੰਦੇ ਬੁਲਾਉਂਦੇ ਆ ਮੈਨੂੰ, ਕਹਿੰਦੇ ਸੰਤ ਯਾਦ ਕਰ ਗਿਆ। ਮੈਂ ਸੰਤ ਬਾਰੇ ਹਾਂ, ਹੈ ਨਾ। ਬਸ ਦੇਖ ਲਓ, ਉਹਨਾਂ ਨੇ ਜਦੋਂ ਦੂਜੇ ਦਿਨ ਸਰੀਰ ਛੱਡਣ ਤੋਂ 1 ਦਿਨ ਪਹਿਲਾਂ ਹੀ ਨੇਤਰ ਬੰਦ ਕਰ ਲਏ ਸੀ, ਪਰ ਆਪਾਂ ਦਰਸ਼ਨ ਕਰਾਉਣ ਨੂੰ ਕਿਸੇ ਨੂੰ ਨਹੀਂ ਹਟਾਇਆ ਕਿ ਆਹ ਦੇਵੀ ਮੈਂ ਕਰਾਈ ਜਾਣੇ, ਉਹਨਾਂ ਨੂੰ ਵੀ ਪਤਾ ਨਹੀਂ। ਬਸ ਫਿਰ ਜਿੱਦਣ ਮਹਾਰਾਜ ਦੇ ਸੀਗੇ 1 ਜਨਵਰੀ ਸਵੇਰੇ ਮਾਰਨ ਚਾਹ ਪਾਣੀ ਛਕਾਇਆ, ਨੇਤਰ ਬੰਦ ਸੀ, ਮੈਂ ਜੋ ਮੂੰਹ ਚ ਪਾਉਂਦਾ ਸੀਗਾ ਬਸ ਖਾਈ ਜਾਂਦੇ ਸੀ। ਦੁਪਹਿਰੇ ਜੋ ਪ੍ਰਸ਼ਾਦਾ ਲਿਆਇਆ, ਹੋਰ ਪ੍ਰੇਮੀ ਵੀ ਦਰਸ਼ਨ ਕਰਨ ਆਏ ਸੀਗਾ, ਮੈਂ ਤਾਂ ਸਾਰਿਆਂ ਨੂੰ ਵਾੜਿਆ ਸੀ ਅੰਦਰ, ਮੈਂ ਇੰਦਰੀਤ ਕਿਸੇ ਨੂੰ ਨਾ। ਬਸ ਛੋਲਿਆਂ ਦੀ ਤਰੀ ਸੀਗੀ, 12 ਵਜੇ ਪੂਰੇ ਪ੍ਰਸ਼ਾਦਾ ਲਿਆਉਂਦਾ ਸੀ, ਮੱਥਾ ਟੇਕਣ ਵਾਲਾ ਸੀ, ਮੈਂ ਮਨ ਹਟਕਾ ਕੇ ਮੈਂ ਮਹਾਰਾਜ ਵੀਰ ਚੇਅਰ ਤੇ ਸੀਗੇ, ਮੈਂ ਛੋਲਿਆਂ ਦੀ ਤਰੀ ਰਗੜ ਕੇ ਨਾ ਲਿਆਉਂਦੇ ਹੁੰਦੇ ਸੀ, ਮੈਂ ਮੂੰਹ ਚ ਪਾਈ, ਨੇਤਰ ਬੰਦ ਨੇ ਮਹਾਰਾਜ, ਮੂੰਹ ਚ ਪਾਈ ਜਾਣਾ, ਪਾਈ ਜਾਣਾ, ਪਾਈ ਜਾਣਾ, ਬਸ ਮਹਾਰਾਜ ਦੇਣ ਜਾਈ ਜਾਂਦੀ ਹੈ। ਮਹਾਰਾਜ ਕੁਛ ਨਹੀਂ ਸੀ ਲਾਉਂਦੇ, ਬਸ ਮਿੰਟ 7 ਰਹਿੰਦੇ ਸੀਗੇ 1 ਵਜਣ, ਸਾਰੇ ਮੱਥਾ ਟਿਕਾ ਕੇ ਮੈਂ ਮਹਾਰਾਜ ਨੂੰ ਪਲੰਗ ਤੇ, ਜਰਨੈਲ ਵੀ ਸੀਗਾ, 2 ਜਾਣੇ ਹੋਰ ਸੀਗੇ, ਹੈ ਕਿ ਨਾ, ਤੇ ਅਸੀਂ ਚੱਕੇ ਮਹਾਰਾਜ ਜੀ ਨੂੰ ਜਦੋਂ ਪਲੰਗ ਤੇ ਪਾਏ। ਜਦੋਂ ਮੈਂ ਚੱਕੇ ਦੇਖਿਆ ਸਰੀਰ ਨਾ ਬਸ ਸਵਾਸ ਚੱਲਦੇ ਸੀ, ਸਰੀਰ ਨੂੰ ਢਾਲ ਲਿਆ। ਮੈਂ ਜਦੋਂ ਦੇਖਿਆ, ਮੈਂ ਤਾਂ ਦੇਖੀ ਚਾਦਰ ਪਾਈ, ਅਜੇ ਪਾਈ ਨਹੀਂ ਸੀਗੀ, ਮੂੰਹ ਨੰਗਾ ਹੀ ਸੀ। ਦੇਖਦਿਆਂ 4-5 ਜਾਣੇ ਸੀ ਅਸੀਂ ਉੱਥੇ ਖੜੇ, ਤਾਂ ਦੇਖਦਿਆਂ ਮੇਰੇ ਇੱਕ ਸਾਹ ਲਿਆ, ਫੇਰ ਛੱਡਿਆ, ਫੇਰ ਲਿਆ, ਤੀਜੇ ਸਾਹ ਨੂੰ ਬਸ ਮਾਰਾ ਦਾ ਸਾਰਾ ਸਰੀਰ ਸਾਡੇ ਦੇ ਤਾਲ। ਇਸੇ ਤਰ੍ਹਾਂ ਹੀ ਉਹ ਸਰੀਰ ਰੂਪੀ ਸਾਡੇ 3 ਮਨ ਦੀ ਪੰਡ ਨੂੰ ਸਿੱਟਣਾ ਚਾਹੁੰਦੇ ਹਨ, ਜਿਸ ਤੋਂ ਦੁਨੀਆ ਦੇ ਬੜੇ ਬੜੇ ਸੂਰਮੇ, ਰਾਟ, ਰਾਜੇ, ਰਾਣੇ, ਯੋਧੇ ਸਭੀ ਮੌਤ ਤੋਂ ਡਰਦੇ ਹਨ, ਪਰ ਇੱਕ ਹੀ ਰੱਬ ਦਾ ਬੰਦਾ ਹੈ ਜਿਹੜਾ ਮੌਤ ਦੀਆਂ ਅੱਖਾਂ ਵਿੱਚ ਧੂੜ ਪਾਉਂਦਾ ਹੈ, ਮੌਤ ਦੀ ਹੱਦ ਤੇ ਪਰੇ ਹੋ ਜਾਂਦਾ ਹੈ ਔਰ ਚਾਅ ਨਾਲ ਮੌਤ ਨੂੰ ਉਡੀਕਦਾ ਹੈ। ਜਿਹੜੀ ਮੌਤ ਤੋਂ ਡਰੇ ਜਗ ਸਾਰਾ, ਜਿਹੜੀ ਮੌਤ ਤੋਂ ਡਰੇ ਜਗ ਸਾਰਾ, ਮੇਰੇ ਮਨ ਆਨੰਦ ਹੈ ਪਿਆਰਿਓ, ਪਿਆਰਿਓ ਮੇਰੇ ਮਨ ਆਨੰਦ ਹੈ। ਜਿਹੜੀ ਮੌਤ ਤੋਂ ਡਰੇ ਜਗ ਸਾਰਾ, ਜਿਹੜੀ ਮੌਤ ਤੋਂ ਡਰੇ ਜਗ ਸਾਰਾ, ਮੇਰੇ ਮਨ ਆਨੰਦ ਹੈ ਪਿਆਰਿਓ, ਪਿਆਰਿਓ ਮੇਰੇ ਮਨ ਆਨੰਦ ਹੈ। ਜਿਹੜੀ ਮੌਤ
किस मरने ते जग डरे, मेरे मन आनंद मरने ही ते पाइए पूर्ण परमानंद। हाँ, सारा संसार मोह माया च फसिया बंदा इंसान इस मौत तो डरदा है। जिसने अगे दी प्यारी नहीं की, मोह माया च फसिया होया है, दुनियावी सुखां विच गुलतान है, उसनूं मौत बड़ी डरावनी लगदी है, बड़ी ही घिनौनी लगदी है, बड़ी ही दुखदाई प्रतीत हुंदी है। पर जेड़ा इस मौत की हद तो परे हो गया ते अगां दी प्यारी जी दे कोले कीती हुई है, ਉਹਦੇ वास्ते दा शासन ये परम सुखदाई है, परम मित्र है। यही जी इस मौत तो डरना एक अज्ञान ही है। हाँ जी, जिमें एक आदमी ने एक छपरी छड़ के अगे किसे बहुत किसी सुनहरी महल बनवाए होण, उत्थे जाण वास्ते ओनू कितनी खुशी हुंदी है, छपरी छड़ के महलों में सोने में जाके निवास करा। इसी तरह जिन्हें अगंत की तैयारी की हुंदी है, उन्हां वास्ते भी परम सुखदाई। पर जेड़े मौत की हद तो ही परे हो गए, आत्मा तक मौत नहीं आउंदी। आत्म वस्तु मौत की हद तो परे है। जिन्हां पुरुषां की आत्म स्थिति हो गई है, सासंग वो जीवदे जी ही मौत तो परे हो गए। मरता मरता जग मुआ, मर भी न जाने कोई, ऐसी मरनी जे मरे बहुर न मरना। सारा संसार मरदा जांदा है कहंदे, पर मरना आउंदा नहीं। जे मरना सिख लवे, मरण की जांच आ जावे, तो फिर दोबारा मरदा नहीं है, तो अमर अवस्था नूं प्राप्त हो जाता है। असली इस आत्मा की अवस्था ही अमर है। अपनी निजी अवस्था नूं प्राप्त होके पहले जिसदे वास्ते ही तीन किस्म का अमृत खंडे दा संस्कार अमृत, फिर नाम अमृत, फिर ज्ञान अमृत नूं पा के जिंदा ही मुक्त हो जाता है। चौथी भूमिका तो ऊपर चढ़ गया जेड़ा, तीन व्यापे जगत को तुरिया पावे खोए, नानक संत निर्मल भय जिन मन वसिया। चौथी अवस्था तो इस करके जेड़ा टप गया, ਉਹਦੇ वास्ते तो मौत एक बड़ी सुखदाई चीज है। यूं फिर शरीर नूं त्याग जाते हैं। इसी तरीके से बहुत सारे महापुरुषां दी अवस्था है, उन्होंने मौत दुखदाई नहीं। तदे कबीर जी सच कहते ने, भावें ये चार शर्तां आम दुनिया ते आयल हन। अन्न जल दा मुक जाना, प्राणा दा मुक जाना, वो जगह आ जानी, ते बाकी वो बनत बन जानी, बीमारी, शस्त्र, एक्सीडेंट या कुछ होर भी जो कुछ है जिमें है, वो चार गल्लां जदों आ गईयां, इहदे शरीर दा अंत हुंदा है। जिन्ना चिर चौं विचों एक दी भी कमी है, उतनी देर तक काल इहदा समझो रखा है। सो इस वास्ते ये अवस्था आउंदी कद है, जदों युक्ति द्वारा नाम अभ्यास किया जावे। गुरु अर्जन देव महाराज जी ने श्री सुखमनी साहब विच पहली अष्टपदी सुखमनी साहब दे विच ही एक कथन किया है, प्रभु के सिमरन काल पर हरे। प्रभु दे सिमरन करके काल नूं जित लैंदा, काल दी हद तो परे हो जाता है, मौत दी हद तो परे हो जाता है। यह सिमरन दे विच बरकतां हन, शक्तियां हन, ताकतां हन। यूं करके सास फिर मरदा नहीं, सदीवी जिंदगी उन्हों मिलती है। जे कोई कहे दे करके तो कोई भी अमर नहीं है। पीर पैगंबर औली जितने भी होए हैं, दे करके तो सब नूं ही अलोप होना पैंदा है। दे पईयां तत्तां दी हुंदी है, सारी मिट्टी, पानी, अग, हवा, आकाश, एक ठोस है, मैटर है, जड़ है। बाकी इहनूं चलाउण वाला जिहड़ा है वो आत्मा है, जिहदी स्थिति उहदे विच होगी। इन्हां पईयां तो उच्चा उठ के नाम अभ्यास दे बल करके सासंग को फिर मौत तो डरे कि ਉਹਦੇ वास्ते मौत अमृत रूप है। ਉਹਦੇ वास्ते कबीर जी कहते ने, हर के सेवक जो हर भाए तिनकी कथा निराली। आवे न जावे न कबू मरते पाप संगारी दे, आत्मा करके सदा वास्ते परम आत्मा दे विच यूं लय हो जाते हैं, जिवें घड़ा फुटे ते घट आकाश महा आकाश विच लय हो जाता है। तो जिवें बूंद समुद्र तो विछड़ी होंदी है, समुद्र विच मिल के फिर समुद्र रूप हो जाती है। उन्हां दी गति ये हुंदी, उस साधन ते पावै, उस स्थान ते बौर न आवे। अंतरों ज्ञान प्रकाश, उस स्थान का नहीं विनाश। मन तन नाम रते एक रंग, सदा बसे पार उनके संग।
यूं जल में जल आए खटाना, यूं ज्योति संग ज्योत समाना, मिट के गौन पाए विश्राम, नानक पर्व के सतपुर। उन्हों की गति निरारी है। हर के सेवक जो हर पाए, इनकी कथा निरारी रे। हर के सेवक जो हर इनकी कथा निरारी रे। जो हर पाए, ਅਰਦਾਸ ਏਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ। ਵਾਹਿਗੁਰੂ। हे ਕਰੁਣਾ ਨਿਧਾਨ ਸਤਿਗੁਰ ਜੀਓ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਓ। ਧੰਨ ਧੰਨ ਬਾਬਾ ਦਇਆ ਸਿੰਘ ਜੀ ਮਹਾਰਾਜ ਜੀਓ। ਸੰਪਰਦਾ ਲੜੀਵਾਰ ਚੱਲ ਰਹੀ ਹੈ। ਅੱਗੇ ਮਹਾਂਪੁਰਖ ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਈਸ਼ਰ ਸਿੰਘ ਮਹਾਰਾਜ ਜੀਓ। ਧੰਨ ਧੰਨ ਸੰਤ ਬਾਬਾ ਕਿਸ਼ਨ ਸਿੰਘ ਮਹਾਰਾਜ ਜੀਓ। ਆਪ ਜੀ ਦੇ ਚਰਨਾਂ ਦੇ ਸੇਵਕ ਸੰਤ ਬਾਬਾ ਪ੍ਰਤਾਪ ਸਿੰਘ ਜੀ, ਜਿਤਨੀ ਆਯੂ ਆਪ ਜੀ ਨੇ ਇਹਨਾਂ ਨੂੰ ਬਖਸ਼ੀ, ਗੁਰੂ ਸੰਗਤ ਦੀ ਸੇਵਾ ਕਰਦੇ ਹੋਏ, ਸਿਮਰਨ ਕਰਦੇ ਹੋਏ ਇੰਗਲੈਂਡ ਵਿਖੇ 5 ਭੌਤਿਕ ਸਰੀਰ ਦਾ ਪਰਿਤਿਆਗ ਕਰ ਗਏ ਸਨ। ਉੱਥੇ ਉਹਨਾਂ ਦੇ ਸਰੀਰ ਦਾ ਸੰਸਕਾਰ ਕੀਤਾ ਗਿਆ। ਉਪਰੰਤ ਇੰਗਲੈਂਡ ਤੋਂ ਭਾਰਤ ਵਿਖੇ ਉਹਨਾਂ ਦੀਆਂ ਸੰਗਤ ਰੂਪ ਵਿੱਚ ਅਸਥੀਆਂ ਲੈ ਕੇ ਆਏ ਹਾਂ। ਧੰਨ ਧੰਨ ਮਹਾਰਾਜ ਜੀ, ਆਪ ਜੀ ਨੇ ਕਿਰਪਾ ਕਰਨੀ, ਉਹਨਾਂ ਦੀਆਂ ਅਸਥੀਆਂ ਨੂੰ ਬਿਬੌਰ ਸਾਹਿਬ ਵਿਖੇ ਜਲ ਪ੍ਰਵਾਹ ਕਰਨਾ ਹੈ। ਆਪ ਜੀ ਨੇ ਆਗਿਆ ਬਖਸ਼ਣੀ, ਸੰਗਤਾਂ ਨੂੰ ਭਾਣਾ ਮੰਨਣ ਦਾ, ਬਾਣੀ ਪੜ੍ਹਨ ਦਾ, ਸੇਵਾ ਕਰਨ ਦਾ ਬਲ ਬਖਸ਼ਣਾ। ਬਾਬਾ ਜੀ ਪਾਸੋਂ ਇਸ ਮਾਤ ਲੋਕ ਵਿੱਚ ਰਹਿੰਦੇ ਹੋਇਆ ਸੰਗਤ ਦੀ ਸੇਵਾ ਕਰਦਿਆਂ ਜਾਣੇ ਅਣਜਾਣੇ ਗਲਤੀ ਹੋ ਗਈ ਹੋਵੇ, ਆਪ ਜੀ ਨੇ ਖਿਮਾ ਕਰ ਲੈਣਾ। ਬਾਬਾ ਜੀ ਦੀ ਆਤਮਾ ਨੂੰ ਸਦੀਵੀ ਕਾਲ ਵਾਸਤੇ ਆਪ ਜੀ ਦੇ ਚਰਨ ਕਮਲਾਂ ਵਿਖੇ ਨਿਵਾਸ ਬਖਸ਼ਣਾ। ਆਵਾਗਾਉਣ ਦੇ ਚੱਕਰ ਤੋਂ ਬਚਾ ਕੇ ਰੱਖਣਾ। ਸੰਗਤਾਂ ਨੂੰ ਭਾਣਾ ਮੰਨਣ ਦਾ, ਬਾਣੀ ਪੜ੍ਹਨ ਦਾ, ਸੇਵਾ ਸਿਮਰਨ ਕਰਨ ਦਾ ਬਲ ਬਖਸ਼ਣਾ। ਆਪ ਜੀ ਨੇ ਆਗਿਆ ਬਖਸ਼ਣੀ। ਸੰਗਤ ਰੂਪ ਵਿੱਚ ਬਾਬਾ ਜੀ ਦੀ ਅਸਥੀਆਂ ਬਿਬੌਰ ਸਾਹਿਬ ਵਿਖੇ ਜਾ ਕੇ ਜਲ ਪ੍ਰਵਾਹ ਕਰਨੀਆਂ ਹਨ। ਆਪ ਜੀ ਨੇ ਕਿਰਪਾ ਕਰਨੀ, ਅੰਗ ਸੰਗ ਹੋ ਕੇ ਸਹਾਇਤਾ ਕਰਨੀ, ਸੇਵਾ ਸਿਮਰਨ ਬੰਦਗੀ ਕਰਨ ਦਾ ਬਲ ਬਖਸ਼ਣਾ, ਸੰਗਤਾਂ ਨੂੰ ਜਾਪ ਕਰਨ ਦਾ ਬਲ ਬਖਸ਼ਣਾ। ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਤੋਂ ਬਚਾ ਕੇ ਆਪ ਜੀ ਦੇ ਪਵਿੱਤਰ ਚਰਨ ਕਮਲਾਂ ਦੀ ਪ੍ਰੀਤ ਬਖਸ਼ਣੀ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਦੇਖੋ, ਇਸ ਸੰਸਾਰ ਦੇ ਉੱਤੇ ਰਹਿਣਾ ਕਿਸੇ। ਮਹਾਰਾਜ ਨੇ ਬਾਣੀ ਵਿੱਚ ਇੱਕ ਪੰਗਤੀ ਕਥਨ ਕੀਤੀ ਹੈ। ਕਹਿੰਦੇ ਹਨ ਮਹਾਰਾਜ, ਕਿਆ ਜਾਣਾ ਕਿਵੇਂ ਮਰੇਂਗੇ, ਕੈਸਾ ਮਰਨਾ। ਕਿਆ ਜਾਣਾ ਕਿਵੇਂ ਮਰੇਂਗੇ, ਕੈਸਾ ਮਰਨਾ। ਕਿਸੇ ਨੂੰ ਨਹੀਂ ਪਤਾ ਵੀ ਮੈਂ ਕਿਵੇਂ ਮਰਨਾ, ਕਿਵੇਂ ਮੇਰੀ ਮੌਤ ਆਉ। ਪਰ ਅਗਲੀ ਪੰਗਤੀ ਵਿੱਚ ਮਹਾਰਾਜ ਕਹਿੰਦੇ ਹਨ, ਜੇ ਸਾਹਿਬ ਮਨੋ ਨਾ ਵਿਸਰੈ ਤਾਂ ਸਹਿਲਾ ਮਰਨਾ। ਕਹਿੰਦੇ ਜੇ ਵਾਹਿਗੁਰੂ ਕਦੇ ਵਿਸਰਦਾ ਨਹੀਂ, ਕਹਿੰਦੇ ਉਸ ਤੇ ਜਾਣਾ ਉਹਨੇ ਵੀ ਹੈ ਸਾਰਿਆਂ ਨੇ, ਪਰ ਉਹਦਾ ਮਰਨਾ ਸਹਿਲਾ ਸੌਖਾ। ਸੁੱਖ ਆ ਗਿਆ ਤਾਂ ਖੁਸ਼ੀ ਨਹੀਂ ਕਰਨੀ, ਦੁੱਖ ਆ ਗਿਆ ਤਾਂ ਗਮ ਹੀ ਨਹੀਂ ਕਰਨੀ। ਐਸੀ ਮਨ ਦੀ ਬਿਰਤੀ ਬਣਾਉਣੀ ਹੈ। ਜੇ ਐਸੀ ਬਿਰਤੀ ਬਣ ਗਈ, ਉਹ ਵਾਹਿਗੁਰੂ ਨਾਲ ਜੁੜੇ ਹੋਈ ਦੀ ਬਣਨੀ ਆ। ਜੇ ਨਾਮ ਨਾਲ ਜੁੜੋਗੇ ਤਾਂ ਬਣਨੀ ਆ, ਸੇਵਾ ਸਿਮਰਨ ਕਰੋਗੇ ਤਾਂ ਬਣਨੀ ਹੈ। ਨਹੀਂ ਤਾਂ ਸਾਧ ਸੰਗਤ ਆ ਰੋਣੇ ਧੋਣੇ ਸੰਸਾਰ ਦੇ ਕੋਈ ਹੈ ਸੁਖੀ? ਕੋਈ ਸੁਖੀ। ਜਿਹਦੇ ਅੰਦਰ ਮੋਹ ਮਮਤਾ, ਉਹ ਕਦੇ ਸੁਖੀ ਹੋ ਹੀ ਨਹੀਂ ਸਕਦਾ। ਮੋਹ ਮਮਤਾ ਤੋਂ ਟੁੱਟ ਕੇ ਇਹ ਨਾਮ ਜਪੇਗਾ, ਫਿਰ ਨਾਮ ਜਪਣ ਨਾਲ ਮੋਹ ਮਮਤਾ ਟੁੱਟਣੀ ਆ, ਫਿਰ ਗੁਰੂ ਦੇ ਸ਼ਬਦ ਨਾਲ ਜੁੜ ਸਕਦਾ। ਉਹ ਗੱਲ ਜਦੋਂ ਗੁਰੂ ਦੇ ਸ਼ਬਦ ਨਾਲ ਜੁੜ ਗਿਆ, ਸਾਧ ਸੰਗਤ ਫਿਰ ਉਹ ਅਵਸਥਾ ਹੋ ਜਾਂਦੀ ਹੈ, ਤੂੰ ਕਰਤਾ ਤੂੰ ਹੁਆ ਮੁਝ ਮੇ ਰਹਾ ਨਾ ਹੂੰ।
ਸਭ ਆਪਾ ਪਰਕਾ ਮਿਟ ਗਿਆ, ਜਤ ਦੇਖਾਂ ਤਤ ਤੂੰ, ਤੇ ਸਾਰੇ ਵਾਹਿਗੁਰੂ ਦਿਖੇਗਾ। ਕਿਸੇ ਨਾਲ ਫਿਰ ਉਹ ਮਮਤਾ ਨਹੀਂ, ਦਵੈਸ਼ ਨਹੀਂ। ਜਦੋਂ ਇਹ ਭਰਮ ਦੂਰ ਹੋ ਗਿਆ ਤੇ ਸਾਰੇ ਅਵਸਥਾ ਬਣ ਜੂਗੀ, ਫਿਰ ਹੀ ਸੁਖ ਪ੍ਰਾਪਤ ਹੋਵੇਗਾ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆਰਾ। ਜਿਵੇਂ ਸੂਰਜ ਦੀ ਕਿਰਨ ਹੁੰਦੀ ਹੈ, ਹਨੇਰਾ ਹੋ ਜਾਂਦਾ, ਸੂਰਜ ਵਿੱਚ ਮਿਲ ਜਾਂਦਾ, ਉਹ ਕਿਰਨ ਨਹੀਂ ਆਉਂਦੀ ਮੁੜ। ਜਲ ਕਾ ਜਲ ਹੁਆ ਰਾਮ, ਜਿਹੜੀ ਵਿਛੜਿਆ ਹੋਇਆ ਹੁੰਦਾ ਨਾ ਜਲ, ਜਿਹੜੇ ਛੋਟੇ ਛੋਟੇ ਟੋਭੇ ਹੁੰਦੇ ਆ, ਉਹ ਸਮੁੰਦਰ ਨਾਲੋਂ ਵਿਛੜੇ ਹੁੰਦੇ। ਜਦੋਂ ਉਹ ਟੋਭਿਆਂ ਦਾ ਪਾਣੀ ਦਰਿਆ 'ਚ ਪਾ ਦਈਏ, ਉਹ ਜਲ ਦਾ ਤੇ ਉਹ ਜਲ ਦਾ ਕੋਈ ਨਹੀਂ ਪਤਾ ਵੀ ਇਹ ਉਹ ਟੋਭੇ ਵਾਲਾ ਜਲ ਹੈ ਕਿ ਸਮੁੰਦਰਿਆ ਵਾਲਾ ਜਲ, ਉਹਦੇ ਵਿੱਚ ਚਲਾ ਜਾਂਦਾ। ਜਲ ਕਾ ਜਲ ਹੁਆ, ਸਾਰਾ ਇੱਕ ਹੋ ਜਾਂਦਾ। ਕਹਿੰਦੇ ਜੋਤੀ ਜੋਤ ਰਲੀ। ਆਪਾਂ ਵੀ ਆਪਣੇ ਸਾਰਿਆਂ 'ਚ ਵੀ ਜੋਤ ਉਹੀ ਆ, ਪਰ ਕਿਉਂ ਦੁਖੀ ਹੈ ਸਾਧ ਸਿੰਘ? ਕਰਮਾਂ ਕਰਕੇ ਵਿਛੜੇ ਭੁਲੇਖਾ ਹੈ ਕਿ ਮੈਂ ਕੀ ਹਾਂ ਤੇ ਉਹ ਕੌਣ। ਨਾਮ ਜਪਦਾ 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 ਜਿਹਨੂੰ ਅਸੀਂ ਭੁਲੇਖਾ ਸਮਝਦੇ ਹਾਂ, ਉਹਦੇ ਵਿੱਚ ਮਿਲ ਜਾਂਦਾ। ਕਹਿੰਦੇ ਫਿਰ ਉਹ ਪਤਾ ਨਹੀਂ ਰਹਿੰਦਾ। ਇਹ ਇੱਕ ਜੋ ਆਪਣੇ ਮਨ ਵਿੱਚ ਸਮਝ ਲਓ, ਇੱਕ ਬੂੰਦ ਹੈ, ਇੱਕ ਸਮੁੰਦਰ ਹੈ। ਪਰ ਬੂੰਦ ਪਾਣੀ ਦੀ, ਉਹ ਵੀ ਸਮੁੰਦਰ ਦਾ ਹੀ ਪਾਣੀ ਹੈ। ਜਦੋਂ ਉਹ ਪਾਣੀ ਉਹਦੇ ਨਾਲ ਅੱਡ ਹੈ, ਇੱਕ ਬੂੰਦ ਅੱਡ ਹੈ, ਉਹ ਬੂੰਦ ਨੂੰ ਚੱਕ ਕੇ ਪਾਣੀ 'ਚ ਪਾ ਦਈਏ, ਕੋਈ ਨਹੀਂ ਪਛਾਣਦਾ ਵੀ ਉਹ ਬੂੰਦ ਕਿੱਥੇ ਗਈ, ਕਿਹੜੀ ਬੂੰਦ ਸੀਗੀ। ਉਹਦੇ ਵਿੱਚ ਮਿਲ ਕੇ ਉਹਦੇ ਵਰਗੀ ਮਿਲ ਜਾਂਦੀ। ਕਹਿੰਦੇ ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਤੇ ਉਹ ਵਿਛੜੀ ਹੋਈ ਜਿਹੜੀ ਹੁੰਦੀ ਆ ਨਾ, ਉਹ ਵਾਜਾ ਦੇ ਸਮੁੰਦਰ 'ਚ ਰਲ ਗਈ, ਕੋਈ ਪਛਾਣ ਨਹੀਂ ਸਕਦਾ ਵੀ ਕਿਹੜੀ ਉਹ ਸੀ। ਆਪਾਂ ਸਾਰਿਆਂ ਨੇ ਸਾਧ ਸੰਗਤ ਨਾਮ ਜਪਿਆ ਕਰੋ, ਸਿਮਰਨ ਕਰਿਆ ਕਰੋ, ਸੇਵਾ ਕਰਿਆ ਕਰੋ। ਇਹ ਦੁੱਖਾਂ ਨੂੰ ਦੂਰ ਕਰਨ ਵਾਸਤੇ ਸਰੀਰ ਮਿਲਿਆ। ਨਾਮ ਜਪਣ ਵਾਲੇ ਨੂੰ ਕਦੇ ਦੁੱਖ ਨਹੀਂ ਹੋਇਆ ਕਰਦਾ। ਆਹ ਜ਼ਿੰਦਗੀ ਵੀ ਇੱਥੇ ਨਾਮ ਜਪਣ ਵਾਲੇ ਦੀ ਸੁੱਖਦਾਈ ਹੈ, ਅੱਗੇ ਪਰਲੋਕ ਵਿੱਚ ਇਹ ਜੋਤ ਨੂੰ ਮਿਲਾ ਲਓ ਉਸ ਵਿੱਚ, ਨਹੀਂ ਤਾਂ ਜਨਮਾਂ ਦੇ ਚੱਕਰ 'ਚ ਫਿਰੀ ਗਈ ਪਰ ਰੁੜ ਜਾਂਦਾ। ਹੁਣ ਮਨੁੱਖਾਂ ਦੇ ਮਿਲੀ ਆ ਸਾਨੂੰ ਇਹ ਪਰਮੇਸ਼ਰ ਦਾ ਨਾਮ ਜਪਣ ਵਾਸਤੇ। ਪਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਹੋ ਤੇਰੀ ਬਰੀਆ। ਅਵਰ ਕਾਜ ਤਰ ਕਿਤੇ ਨਾ ਕਾਮ ਮਿਲ, ਸਾਧ ਸੰਗਤ ਭਜ ਕੇਵਲ ਪਰਮੇਸ਼ਰ ਦਾ ਨਾਮ। ਆ ਸਾਧ ਸੰਗਤ ਹੈ ਜਿੱਥੇ ਆ ਬੈਠੇ ਹੋ, ਸਾਰਿਆਂ ਨੂੰ ਪ੍ਰਾਪਤ ਹੈ। ਇਹ ਵੀ ਮਹਾਰਾਜ ਦੀ ਕਿਰਪਾ ਹੈ ਤੁਹਾਡੇ ਤੇ, ਜਿਹੜੀ ਸੰਗਤ ਤੁਹਾਨੂੰ ਪ੍ਰਾਪਤ ਹੈ। ਬਿਨ ਭਾਗਾ ਸਤ ਸੰਗ ਨ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀ। ਜਨਮ ਮਰਨ ਦੋਹੂ ਮੈਂ ਨਾਹੀ, ਜਨ ਪਰਉਪਕਾਰੀ ਆਏ। ਜੀ ਦਾਨ ਦੇ ਭਗਤੀ ਲੈਣ ਹਰ ਸੋ ਲੈਣ। ਸੱਚਾ ਅਮਰ ਸੱਚੀ ਪਾਤਸ਼ਾਹੀ, ਸੱਚੇ ਸੇਤੀ ਰਾਤੇ। ਸੱਚਾ ਸੁਖ ਸੱਚੀ ਵਡਿਆਈ, ਜਿਸਕੇ ਸੇਤਨ। ਕਹਿੰਦੇ ਇਹ ਸੱਚੀ, ਇਹ ਮਰਦੇ ਨਹੀਂ। ਜੀਵਨ ਮੁਕਤ ਸੁਖ ਆਖੀ ਹੈ, ਮਰ ਜੀਵੇ ਮਰੀਆ। ਕਹਿੰਦੇ ਇਨਸਾਨ ਤਾਂ ਜੋ ਵਾਹਿਗੁਰੂ ਦੇ ਵਿੱਚ ਮਿਲਾਪ ਹੋ ਜਾਂਦਾ ਉਹਦਾ, ਕਹਿੰਦੇ ਉਹ ਜੀਵਨ ਮੁਕਤ ਹੋ ਜਾਂਦਾ। ਜਿਹੜਾ ਮੁਕਤ ਹੀ ਹੋਇਆ ਉਹਨੂੰ ਕੌਣ ਮਾਰ ਸਕਦਾ? ਮਹਾਰਾਜ ਦੱਸਦੇ ਨੇ ਗੁਰਮੁਖ ਬੁੱਢੇ ਕਦੇ ਨਹੀਂ। ਹਾਲਾਂਕਿ ਹਰੇਕ ਨੇ ਬੁੱਢਾ ਹੋਣਾ। ਮਹਾਰਾਜ ਬਾਣੀ 'ਚ ਕਹਿੰਦੇ ਹਨ ਮਹਾਰਾਜ ਕਿ ਗੁਰਮੁਖ ਬੁੱਢੇ ਕਦੇ ਨਹੀਂ। ਕਿਹੜੇ ਗੁਰਮੁਖ ਨੇ ਬੁੱਢੇ ਹੋਣਾ? ਪਰ ਮਹਾਰਾਜ ਅਗਲੀ ਪੰਕਤੀ ਵਿੱਚ ਕੀ ਕਹਿੰਦੇ ਆ? ਜਿਨ੍ਹਾਂ ਅੰਤਰ ਸੁਰਤ ਗਿਆਨ, ਜਿਨ੍ਹਾਂ ਨੂੰ ਅੰਦਰ ਸੁਰਤ ਦਾ ਗਿਆਨ ਹੋ ਜਾਂਦਾ, ਪਰਮੇਸ਼ਰ ਵਿੱਚ ਮਿਲ ਜਾਂਦੇ ਹਨ। ਪਰਮੇਸ਼ਰ ਕਦੇ ਮਰਿਆ ਨਹੀਂ। ਘਟ ਘਟ ਮੈਂ ਹਰ ਜੂ ਵਸੈ, ਸੰਤਨ ਕਿਹੋ ਪੁਕਾਰ। ਜਦੋਂ ਉਹਦੇ ਵਿੱਚ ਮਿਲ ਗਏ, ਉਹ ਵਾਹਿਗੁਰੂ ਸਾਰੇ ਵਸਦਾ, ਤਾਂ ਮਰਦਾ ਹੀ ਮਰਦਾ ਨਹੀਂ, ਤਾਂ ਬੁੱਢਾ ਨਹੀਂ ਹੁੰਦਾ। ਸਰੀਰ ਰਹਿਣਾ ਨਾ ਪਾਵੇ ਸੁਰ ਨਰ ਦੇਵ। बैठे हो उसी तरह ही बैठ जाओ। दोबारा फिर चरणों में बेनती है, जिथे जगह मिलती है बड़े प्रेम के नाल बैठ जाओ। ਸਤ ਸਰੀਰ ਨੇ ਰਹਿਣਾ ਨਹੀਂ। ਜੋ ਆਤਮਾ ਵਾਹਿਗੁਰੂ ਚ ਮਿਲ ਗਈ, ਉਹ ਆਤਮਾ ਸਾਰੇ ਵਿਆਪਕ ਹੈ, ਹਰ ਇੱਕ ਜਗ੍ਹਾ ਹੈ, ਤੇ ਮਰਿਆ ਨਹੀਂ ਕਰਦਾ। ਇਸ ਕਰਕੇ ਮਹਾਰਾਜ ਕਹਿੰਦੇ ਹਨ, ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀ ਆ। ਇਹ ਸੰਪੂਰਨ ਹੋ ਜਾਂਦਾ। ਉੱਥੇ ਆਪਾਂ ਕਹਿੰਦੇ ਨਾ ਵੀ ਉਹ ਇਨਸਾਨ ਪੂਰਾ ਹੋ ਗਿਆ। ਸਾਧ ਸੰਗਤ ਪੂਰਾ ਕਿਹੜਾ ਹੁੰਦਾ? ਆਮ ਦੁਨੀਆ ਦੀ ਜਿਹੜੀ ਇਹ ਕਹਾਵਤ ਹੈ
ਉਹ ਮਰ ਗਿਆ ਜੀ, ਪੂਰਾ ਹੋ ਗਿਆ, ਖਤਮ ਹੋ ਗਿਆ। ਹੁਣ ਕਹਾ ਉਸ ਦੇ ਇਹ ਸਰੀਰ ਦੀ ਕਿਰਿਆ ਨਹੀਂ ਹੈ, ਖਤਮ ਹੋ ਗਈ, ਤੁਰਦਾ ਨਹੀਂ ਫਿਰਦਾ, ਉਸ ਨੂੰ ਪੂਰਾ ਕਹਿੰਦਾ। ਪਰ ਸਾਦਾ ਸੰਪੂਰਨ ਹੂਆ ਰਾਮ ਉਸ ਪੂਰਨ ਹੁੰਦਾ ਹੈ, ਪੂਰਾ ਉਹ ਹੁੰਦਾ ਹੈ ਜਿਹੜਾ ਮੁੜ ਕੇ ਜਨਮ ਮਰਨ ਦੇ ਚੱਕਰ ਵਿੱਚ ਵਾਹਿਗੁਰੂ ਜੀ ਮਿਲ ਗਿਆ। ਅਸਲੀ ਪੂਰਾ ਉਹ ਹੁੰਦਾ ਨਹੀਂ। ਸਾਧ ਸੰਗਤ ਜਿਹੜੇ ਕਰਮਾਂ ਦੀ ਗਤੀ ਹੈ, ਜਿਹੜਾ ਵਾਹਿਗੁਰੂ ਜੀ ਮਿਲਿਆ ਨਹੀਂ ਵਾਸ਼ਨਾ ਅਨੁਸਾਰ, ਉਹਨੂੰ ਫਿਰ ਜਨਮ ਮਿਲਣਾ। ਉਹ ਜੇ ਪੂਰਾ ਨਹੀਂ ਹੋਇਆ ਅਜੇ ਜਨਮ ਹੈ। ਇਸ ਕਰਕੇ ਕਬਰ ਮਹਾਰਾਜ ਦੱਸਦੇ ਹਨ, ਠਾਕੁਰ ਪੈ ਅਰਦਾਸ ਜੀਓ ਮਹਾਰਾਜ ਜੀਓ ਆਪ ਜੀ ਦੇ ਚਰਨਾਂ ਤੋਂ ਬਰਸਾਏ ਹੋਏ ਭਾਈ ਪੁੱਜਿਆ ਭਾਈ ਦਇਆ ਸਿੰਘ ਜੀ, ਉਹਨਾਂ ਦੀ ਅੱਗੇ ਜਨਮੀ ਸੰਪਰਦਾ ਦੇ ਵਿੱਚੋਂ ਅੰਤਨ ਸਿੰਘ ਬਾਬਾ ਜੀ ਉਹਨਾਂ ਦੀ ਰਾਣਾ ਸਾਹਿਬ ਵਾਲੇ, ਅੰਤਨ ਸਿੰਘ ਬਾਬਾ ਜੀ ਸਿੰਘ ਰਾਣਾ ਸਾਹਿਬ ਵਾਲੇ ਅਤੇ ਅੰਤਨ ਸਿੰਘ ਬਾਬਾ ਜੀ ਮਹਾਰਾਜ ਜੀ ਰਾਣਾ ਸਾਹਿਬ ਵਾਲੇ, ਉਹਨਾਂ ਦੇ ਪਰਮ ਸੇਵਕ ਸੰਤ ਪ੍ਰਤਾਪ ਸਿੰਘ ਜੀ, ਜਿਤਨੀ ਆਯੂ ਕਾਲਪੁਰਖ ਨੇ ਉਹਨਾਂ ਨੂੰ ਬਖਸ਼ਿਸ਼ ਕੀਤੀ ਸੀ, ਉਸ ਨੂੰ ਸੰਪੂਰਨ ਕਰਦੇ ਹੋਏ ਔਰ ਉਪਕਾਰ ਕਰਦੇ ਹੋਏ ਇਸ ਸੰਸਾਰ ਤੋਂ ਕੁਝ ਮਹੀਨੇ ਪਹਿਲਾਂ ਅਕਾਲ ਚਲਾਣਾ ਕਰ ਗਏ ਸਨ। ਉਹਨਾਂ ਦੇ ਸਰੀਰ ਨੂੰ ਇੰਗਲੈਂਡ ਦੀ ਪਾਵਨ ਧਰਤੀ ਵਿਖੇ ਸੰਸਕਾਰ ਕੀਤਾ ਗਿਆ। ਉਪਰੰਤ ਸੇਵਾਦਾਰਾਂ ਵੱਲੋਂ ਉਹਨਾਂ ਦੇ ਅਨੇਕਾਂ ਦੀ ਸੰਭਾਲ ਕਰਕੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਉਹਨਾਂ ਦੀਆਂ ਅਸਥੀਆਂ ਆਪ ਜੀ ਦੇ ਚਰਨ ਕਮਲਾਂ ਵਿਖੇ ਲੈ ਕੇ ਆਏ ਹਾਂ। ਗੁਰੂ ਗਰੀਬ ਨਵਾਜ਼ ਚੌਪਈ ਸਾਹਿਬ ਜੀ ਦੇ ਪਾਠ ਕੀਤੇ ਹਨ। ਅੱਖਰਵਾਦ ਘਾਟ ਭੁੱਲ ਚੁੱਕ ਮਾਫ ਕਰਨਾ ਅੱਗੋਂ ਵਾਸਤੇ ਇੱਕ ਮਨ ਹੋ ਕੇ ਸ਼ੁੱਧ ਬਾਣੀ ਦਾ ਪਾਠ ਗੁਰ ਮਰਿਆਦਾ ਅਨੁਸਾਰ ਕਾਰਜ ਕਰਨ ਦੀ ਸਮਰੱਥਾ ਬਖਸ਼ਣੀ ਗੁਰੂ ਗਰੀਬ ਨਵਾਜ਼ ਜੀਓ। ਬਾਬਾ ਜੀ ਪਾਸੋਂ ਇਸ ਮਾਤ ਲੋਕ ਦੇ ਵਿੱਚ ਰਹਿੰਦੇ ਹੋਏ ਜਾਣੇ ਅਣਜਾਣੇ ਕੋਈ ਗਲਤੀ ਹੋ ਗਈ ਹੋਏ ਆਪ ਜੀ ਨੇ ਖਿਮਾ ਕਰ ਲੈਣਾ। ਬਾਬਾ ਜੀ ਦੀ ਆਤਮਾ ਨੂੰ ਸਦੀਵੀ ਕਾਲ ਵਾਸਤੇ ਆਪ ਜੀ ਦੇ ਚਰਨ ਕਮਲਾਂ ਵਿਖੇ ਨਿਵਾਸ ਬਖਸ਼ਣਾ, ਆਵਾਗਾਉਣ ਦੇ ਚੱਕਰ ਤੋਂ ਬਚਾ ਕੇ ਰੱਖਣਾ ਗੁਰੂ ਗਰੀਬ ਨਵਾਜ਼ ਜੀਓ। ਸੰਗਤ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ, ਚਰਨ ਕਮਲਾਂ ਦੀ ਪ੍ਰੀਤ ਬਖਸ਼ਣੀ ਗੁਰੂ ਗਰੀਬ ਨਵਾਜ਼ ਜੀਓ। ਬਾਬਾ ਜੀ ਦੇ ਅਸਥੀਆਂ ਨੂੰ ਜਲ ਪ੍ਰਵਾਹ ਕਰਨਾ ਹੈ। ਆਪ ਜੀ ਆਗਿਆ ਬਖਸ਼ੋ ਤਾਂ ਕਿ ਆਪ ਦੇ ਚਰਨਾਂ 'ਚ ਉਹਨਾਂ ਦੇ ਅਸਥੀਆਂ ਦਾ ਜਲ ਪ੍ਰਵਾਹ ਕੀਤਾ ਜਾਵੇ। ਕਾਮ ਕ੍ਰੋਧ ਲੋਭ ਮੋਹ ਅਹੰਕਾਰ ਤੋਂ ਬਚਾ ਕੇ ਕਿਰਪਾ ਕਰਨੀ ਅਤੇ ਮੌਜੂਦਾ ਸਮੇਂ ਦੇ ਰਾਣਾ ਸਾਹਿਬ ਦੇ ਸੰਪਰਦਾ ਦੇ ਮਹਾਂਪੁਰਖ ਸੰਤ ਬਾਬਾ ਬਲਜਿੰਦਰ ਸਿੰਘ ਜੀ, ਉਹਨਾਂ ਦੇ ਸਤਿਕਾਰ ਵਜੋਂ ਸੰਗਤਾਂ ਦੇ ਨਾਲ ਆਏ ਹਨ। ਮਹਾਂਪੁਰਖਾਂ ਦੀ ਚੜ੍ਹਦੀ ਕਲਾ ਕਰਨੀ ਗੁਰੂ ਗਰੀਬ ਨਵਾਜ਼ ਆਪ ਜੀ ਦੇ ਚਰਨ ਕਮਲਾਂ ਦਾ ਪਿਆਰ ਬਖਸ਼ਣਾ, ਆਪ ਦੀ ਆਗਿਆ ਬਖਸ਼ੋ, ਭੁੱਲ ਚੁੱਕ ਦੀ ਮਾਫੀ ਕਰਨੀ ਗੁਰੂ ਗਰੀਬ ਨਵਾਜ਼ ਜੀਓ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਮਾੜਾ ਪਿੱਛੇ ਰੋਏ ਤੁਸੀਂ ਪਿੱਛੇ ਜਾਓ ਜੀ, ਇੱਕ ਬੰਦਾ ਪਿੱਛੇ ਜਾਓ ਨਾ। ਆਓ ਸਾਧ ਸੰਗਤ, ਸਾਨੂੰ ਮਹਾਰਾਜ ਨੇ ਸਮਾਂ ਦਿੱਤਾ, ਇਹ ਸਮਾਂ ਸਫਲਾ ਕਰ ਲਓ। ਸਾਰੇ ਸੰਸਾਰ ਦੇ ਕੰਮ ਕਰਦੇ ਕਰਦੇ ਜੇ ਇੰਨੀ ਕੁ ਗੱਲ ਯਾਦ ਕਰ ਲਓ ਨਾ, ਮਹਾਰਾਜ ਦੀ ਬਾਣੀ ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੇ ਚਿੰਦ, ਮਨਾਂ ਦੀ ਚਿੰਤਾ ਦੂਰ। ਆਓ ਸਾਸ, ਇੱਥੇ ਤੁਹਾਡਾ ਘਰ ਹੈ, ਤੁਸੀਂ ਰੋਜ਼ ਆਉਣੇ ਹੋ। ਇੱਕ ਗੱਲ ਯਾਦ ਰੱਖਣੀ ਹੈ, ਇਹ ਨਾ ਸਮਝਿਓ ਕਿ ਵੀ ਹੁਣ ਬਾਬਾ ਜੀ ਬਾਹਰ ਚਲੇ ਗਏ ਤਾਂ ਹੁਣ ਅਸੀਂ ਗੁਰਦੁਆਰੇ ਨਹੀਂ ਜਾਣਾ। ਜਿਹੜਾ ਇਹ ਕੰਮ ਕਰੂਗਾ ਨਾ, ਉਹਨੂੰ ਸ਼ਾਂਤੀ ਨਹੀਂ ਆਊਗੀ। ਆਪਣੀ ਆਪਣੀ ਸੇਵਾ ਸਾਰਿਆਂ ਨੇ ਕਰਨੀ ਹੈ। ਹਾਜ਼ਰੀ ਤੁਹਾਡੀ ਤਾਂ ਲੱਗਣੀ ਹੈ ਜੇ ਉਸੇ ਤਰ੍ਹਾਂ ਸੇਵਾ ਕਰਦੇ। ਦੇਖੋ ਆਪਾਂ ਤਾਂ ਇੱਥੇ ਹੀ ਆ ਜਾਣਾ, ਫਿਰ ਮੁੜ ਕੇ ਤੁਹਾਡੇ ਕੋਲ ਸੰਸਾਰ ਦੇ ਉੱਤੇ ਇੱਕ ਪ੍ਰੇਮ ਹੀ ਰੱਬ ਦਾ ਨਾਮ ਹੈ। ਇਸੇ ਤਰ੍ਹਾਂ ਐਤਵਾਰ ਨੂੰ ਜਿਵੇਂ ਆਪ ਆਉਣੇ ਆ, ਹਾਜ਼ਰੀ ਤੁਹਾਡੀ ਓਨੀ ਹੀ ਲੱਗਣਾ ਹੀ ਆ ਜਿੰਨੀ ਅੱਜ ਲੱਗ ਰਹੀ ਹੈ। ਫਲ ਤੁਹਾਨੂੰ ਓਨਾ ਹੀ ਮਿਲਣਾ ਜਿੰਨਾ ਅੱਜ ਮਿਲਣਾ ਹੈ। ਫਲ ਦੀ ਇੱਛਾ ਨਹੀਂ ਰੱਖਣੀ, ਇਹ ਵੀ ਤੁਹਾਨੂੰ ਦੱਸੋ। ਫਲ ਦੀ ਇੱਛਾ ਰੱਖਣ ਵਾਲਾ ਕਦੇ ਸ਼ਾਂਤ ਨਹੀਂ ਹੋਇਆ ਕਰਦਾ। ਆਉਣਾ ਹੈ, ਹਾਜ਼ਰੀ ਲਾਉਣੀ ਹੈ, ਪਰ ਨਿਸ਼ਕਾਮ ਗੁਰੂ ਦੇ ਦਰਸ਼ਨ, ਸੰਗਤ ਦੇ ਬਚਨ ਸੁਣਨੇ ਨੇ। ਭਾਵੇਂ ਕੋਈ ਵੀ ਸੁਣਾਵੇ, ਬਚਨ ਤਾਂ ਗੁਰੂ ਦੇ ਨੇ ਨਾ, ਮੰਨਣਾ ਅਸੀਂ ਸ਼ਰਧਾ ਭਾਵਨਾ ਨਾਲ। ਇਸ ਕਰਕੇ ਸਾਰਿਆਂ ਨੇ ਉਸੇ ਤਰ੍ਹਾਂ ਹੀ ਆਉਣਾ ਜਾਣਾ। ਪ੍ਰਤਾਪ ਸਿੰਘ ਜੀ ਮਹਾਂਪੁਰਖ, ਪ੍ਰੇਮ ਚ ਰਹਿਣ ਵਾਲੀਆਂ ਸੰਗਤਾਂ ਜਾਣਦੀਆਂ ਨੇ, ਦਾਸ ਨੂੰ ਬੜਾ ਲੰਬਾ ਸਮਾਂ ਇਹਨਾਂ ਦੋਨੋਂ ਹੀ ਰੱਬੀ ਰੂਹਾਂ
ਜਦੋਂ ਸ਼੍ਰੀ ਮਾਨ ਸਿੰਘ ਬਾਬਾ ਕਿਸ਼ਨ ਸਿੰਘ ਜੀ ਮਹਾਂਪੁਰਖਾਂ ਦੀ ਹਜ਼ੂਰੀ ਵਿੱਚ ਰਹਿ ਕੇ ਸੇਵਾ ਨਿਭਾਉਂਦੇ ਸਨ। ਸੇਵਾ ਕਰਨ ਦਾ ਮੌਕਾ ਮਿਲਦਾ ਰਿਹਾ ਔਰ ਜਿੰਨੇ ਅਸੀਂ ਤੁਸੀਂ ਹਾਂ ਸਮਝੋ ਇਹ ਚੰਗੇ ਭਾਗਾਂ ਵਾਲੇ ਹਾਂ। ਅਗਰ ਜ਼ਿੰਦਗੀ 'ਚ ਪ੍ਰਤਾਪ ਹਾਸਲ ਕਰਨਾ ਚਾਹੁੰਦੇ ਹੋ ਤੇ ਜੀਵਨ ਰਤਨ ਵਰਗਾ ਬਣਾਉਣਾ ਹੀ ਪਏਗਾ। ਦੋ ਰੂਹਾਂ ਵਿੱਚੋਂ ਸ਼੍ਰੀ ਮਾਨ ਸਿੰਘ ਬਾਬਾ ਈਸ਼ਰ ਸਿੰਘ ਜੀ ਅਤੇ ਸ਼੍ਰੀ ਮਾਨ ਸਿੰਘ ਬਾਬਾ ਕਿਸ਼ਨ ਸਿੰਘ ਜੀ ਨਿਤ ਦਿਨ ਸੁਨੇਹਾ ਦਿੰਦੇ ਹੋਣਗੇ, ਕਲਗੀਧਰ ਦਿਆ ਸਿਖਾ ਹਮੇਸ਼ਾ ਆਪ ਤੋਂ ਨਾਲਦਿਆਂ ਦੇ ਨਾਲ ਸਹਿਯੋਗ ਕਰਨਾ ਸਿੱਖ। ਵਾਹਿਗੁਰੂ ਜੀ ਦਾ ਖਾਲਸਾ ਹੈ ਤੂੰ ਉਹਨਾਂ ਨੂੰ ਯਾਦ ਕਰਨਾ ਸਿੱਖ, ਫਿਰ ਤੇਰੀ ਜ਼ਿੰਦਗੀ 'ਚ ਸੁਰੱਖਿਆ ਹੋਵੇਗੀ। ਕਿਉਂਕਿ ਜਿਸ ਸਥਾਨ ਤੇ ਰਾੜਾ ਸਾਹਿਬ ਦੇ ਸੰਪਰਦਾਇ ਦੇ ਨਾਮ ਰੰਗੇ ਮਹਾਂਪੁਰਖ ਆਪਣੇ ਪੰਜ ਭੌਤਿਕ ਸਰੀਰ ਨੂੰ ਮਿੱਟੀ ਨੂੰ ਸਪੁਰਦ ਜਲ ਕਰਦੇ ਨੇ, ਇਹ ਪਾਵਨ ਸਥਾਨ ਕਲਗੀਧਰ ਪਾਤਸ਼ਾਹ ਜੀ ਦੀ ਅਸੀਸ ਨਾਲ ਨਵਾਜ਼ਿਆ ਚੌਕੀ ਸਾਹਿਬ ਦੀ ਪਾਵਨ ਬਾਣੀ ਉਚਾਰਨ ਕੀਤੀ ਗਈ ਹੈ। ਆਪਾਂ ਵੀ ਇਹ ਨਾਮ ਧਨ ਸੇਵਾ ਸਿਮਰਨ ਕਰਨ ਲੱਗ ਜਾਓ, ਉਹਦਾ ਐਡਾ ਵੱਡਾ ਪਰਿਵਾਰ ਹੋ ਜਾਂਦਾ ਹੈ। ਤਾਂ ਸਿੰਘ ਪਰਿਵਾਰ ਵਿੱਚ ਕਿੰਨਾ ਜੀ ਲੱਗਦਾ। ਫਿਰ ਸਭ ਤੋਂ ਵੱਡੀ ਸੰਗਤ ਮਹਾਰਾਜ ਜੀ ਕਿਰਪਾ ਕਰਨ। ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਤਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਤਿਗੁਰੂ ਜੀ ਆਪ ਜੀ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਗਤੌਰ ਸਾਹਿਬ ਜੀ ਵਿਖੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ। ਸਤਿਗੁਰੂ ਜੀ ਆਪ ਜੀ ਦਾ ਮੁੱਖ ਵਾਕ ਹੈ, ਜਿਉਂ ਜਲ ਮਹਿ ਜਲ ਆਏ ਖਟਾਨਾ, ਕਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਗਨ ਪਾਏ ਵਿਸਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ। ਸਤਿਗੁਰੂ ਸਾਹਿਬ ਜੀ ਆਪ ਜੀ ਦੇ ਦਰੋਂ ਘਰੋਂ ਵਰਸਾਈ ਹੋਈ ਸੰਪਰਦਾ ਰਾੜਾ ਸਾਹਿਬ ਦੇ ਮਹਾਂਪੁਰਖ ਬਾਬਾ ਸੰਤ ਪ੍ਰਤਾਪ ਸਿੰਘ ਜੀ ਇੰਗਲੈਂਡ ਵਾਲੇ ਸਤਿਗੁਰੂ ਜੀਓ, ਜੋ ਕਿ ਪਿਛਲੇ ਸਮੇਂ ਆਪ ਜੀ ਦੇ ਹੁਕਮਾਂ ਦੇ ਅੰਦਰ ਆਪਣੀ ਸੰਸਾਰਕ ਯਾਤਰਾ ਨੂੰ ਪੂਰੀਆਂ ਕਰਦਿਆਂ ਹੋਇਆਂ ਅਕਾਲ ਚਲਾਣਾ ਕਰ ਗਏ ਸਨ। ਸਤਿਗੁਰੂ ਜੀ ਤਿੰਨਾਂ ਦੇ ਅਸਤ ਲੈ ਕਰਕੇ ਸੰਗਤਾਂ ਆਪ ਜੀ ਦੇ ਪਾਵਨ ਸਥਾਨ ਦੇ ਨਜ਼ਦੀਕ ਸਤਲੁਜ ਦਰਿਆ ਦੇ ਵਿੱਚ ਜਲ ਪ੍ਰਵਾਹ ਕਰਕੇ ਆਪ ਜੀ ਦੇ ਪਾਵਨ ਸਥਾਨ ਵਿਖੇ ਹਾਜ਼ਰੀਆਂ ਭਰ ਰਹੀਆਂ ਹਨ, ਗੁਰਬਾਣੀ ਸਰਵਣ ਕਰ ਰਹੀਆਂ ਹਨ। ਸਤਿਗੁਰੂ ਜੀ ਕਿਰਪਾ ਕਰਨੀ, ਸੰਗਤਾਂ ਦੀ ਹਾਜ਼ਰੀ ਤਿਲ ਫੁੱਲ ਭੇਟਾਂ ਦਰ ਪ੍ਰਵਾਨ ਕਰਨੀ। ਸਤਿਗੁਰੂ ਜੀ ਉਹ ਸੱਚੇ ਪਾਤਸ਼ਾਹ ਜੀ ਕਿਰਪਾ ਕਰਨੀ, ਮਹਾਂਪੁਰਖਾਂ ਨੂੰ ਸਦੀਵੀ ਕਾਲ ਵਾਸਤੇ ਆਪਣੇ ਚਰਨਾਂ ਕਮਲਾਂ ਵਿੱਚ ਨਿਵਾਸ ਬਖਸ਼ਣਾ, ਸੰਗਤ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ। ਸਤਿਗੁਰੂ ਜੀ ਆਪ ਜੀ ਦਾ ਮੁੱਖ ਵਾਕ ਹੈ, ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਸਤਿਗੁਰੂ ਜੀ ਆਪ ਜੀ ਦੇ ਦਰੋਂ ਕੁਵਰ ਘਰੋਂ ਵਰਸਾਏ ਹੋਏ ਸੰਤ ਬਾਬਾ ਰਤਨ ਸਿੰਘ ਜੀ ਗੁਰਦੁਆਰਾ ਅਤਰ ਸਾਹਿਬ ਸਤਿਗੁਰੂ ਜੀ ਰਾੜਾ ਸਾਹਿਬ ਸੰਪਰਦਾ ਦੇ ਮਹਾਂਪੁਰਖ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ। ਸਤਿਗੁਰੂ ਜੀ ਆਪ ਜੀ ਦੀ ਸੰਸਾਰਕ ਯਾਤਰਾ ਨੂੰ ਪੂਰੀਆਂ ਕਰਦਿਆਂ ਹੋਇਆਂ ਆਪ ਜੀ ਦੇ ਚਰਨਾਂ ਕਮਲਾਂ ਵਿੱਚ ਬਿਰਾਜੇ ਸਨ। ਸਤਿਗੁਰੂ ਜੀ ਤਿੰਨਾਂ ਦੇ ਸਰੀਰ ਨੂੰ ਜਲ ਪ੍ਰਵਾਹ ਕਰਕੇ ਸੰਗਤਾਂ ਆਪ ਜੀ ਦੇ ਪਾਵਨ ਸਥਾਨ ਵਿਖੇ ਹਾਜ਼ਰੀਆਂ ਭਰ ਰਹੀਆਂ ਹਨ। ਸਤਿਗੁਰੂ ਜੀ ਕਿਰਪਾ ਕਰਨੀ, ਸੰਤਾਂ ਮਹਾਂਪੁਰਖਾਂ ਦੀ ਸੰਸਾਰਕ ਯਾਤਰਾ ਵਿੱਚ ਸਤਿਗੁਰੂ ਜੀ ਕਿਰਪਾ ਕਰਨੀ, ਆਪਣੇ ਸਦੀਵੀ ਕਾਲ ਵਾਸਤੇ ਆਪਣੇ ਚਰਨਾਂ ਕਮਲਾਂ ਵਿੱਚ ਨਿਵਾਸ ਬਖਸ਼ਣਾ। ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਵੀ, ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਵੀ। ਬੋਲੇ ਸੋ ਨਿਹਾਲ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ